ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਆਸਟ੍ਰੇਲੀਆ ਦੀ ਗੱਲ ਜ਼ਰੂਰ ਕਰਨੀ ਹੈ। ਸਵਾਲ ਬਹੁਤ ਸਾਰੇ ਆ ਰਹੇ ਨੇ ਸਟੂਡੈਂਟਸ ਦੇ ਕਿ ਕਿੰਨੇ ਕੁ ਗੈਪ ਵਾਲੇ ਸਟੂਡੈਂਟਸ ਜੋ ਅਪਲਾਈ ਕਰ ਸਕਦੇ ਨੇ। ਯੂਕੇ ਦੀ ਗੱਲ ਕਰਾਂਗੇ, ਵਿਦਆਊਟ ਆਇਲ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਜਾਂ ਨਹੀਂ। ਕੈਨੇਡਾ ਦੇ ਸਕਸੈਸ ਰੇਟ ਬਾਰੇ ਵੀ ਜ਼ਰੂਰ ਚਰਚਾ ਕਰਨੀ ਹੈ, ਕਿਉਂਕਿ ਸਵਾਲ ਕੈਨੇਡਾ ਦਾ ਲਗਾਤਾਰ ਬਣਿਆ ਹੋਇਆ ਹੈ ਤੇ ਨਾਲ ਦੀ ਨਾਲ ਇੱਕ ਅਲੱਗ ਪ੍ਰੋਗਰਾਮ ਹੈ ਕੈਨੇਡਾ ਦਾ ਕੇਅਰ ਗਿਵਰ, ਉਸ ਦੇ ਬਾਰੇ ਡਿਟੇਲ 'ਚ ਗੱਲ ਕਰਨੀ ਹੈ। ਸੋ ਇਹ ਸਾਰੀ ਜਾਣਕਾਰੀ ਦੇ ਲਈ ਤੁਸੀਂ ਸ਼ੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ ਹੈ। ਤੇ ਹੁਣ ਮੈਂ ਤੁਹਾਡੀ ਇੰਟਰੋਡਕਸ਼ਨ ਕਰਾਵਾਂਗੀ ਜੀ, ਜੋ ਸਾਡੇ ਅੱਜ ਦੇ ਮਹਿਮਾਨ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। SAS ਮੁਹਾਲੀ ਤੋਂ ਵੀਜ਼ਾ ਐਕਸਪਰਟ ਮਿਸਟਰ ਨਿਤੇਂਦਰ ਸ਼ਰਮਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਆਸਟ੍ਰੇਲੀਆ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ, ਕਿਉਂਕਿ ਸਾਰੇ ਜਾਣਦੇ ਨੇ ਕਿ ਇੰਨੀ ਆਫਰਸ ਹੈ, ਪਰ ਗੱਲ ਇੱਥੇ ਆ ਜਾਂਦੀ ਹੈ ਕਿ ਕਿੰਨਾ ਗੈਪ ਜਸਟੀਫਾਈ ਹੈ। ਇਹ ਤਾਂ ਨਹੀਂ ਹੈ ਕਿ ਸਟੂਡੈਂਟਸ ਹੁਣ ਸਾਰੇ ਹੀ ਮਤਲਬ ਐਮਬੈਸੀ ਫੀਸ ਮਾਫ ਹੋ ਗਈ, ਅਨਲਿਮਿਟਿਡ ਵਰਕਿੰਗ ਆਵਰਸ ਮਿਲ ਗਏ ਤੇ ਸਾਰੇ ਸਟੂਡੈਂਟਸ ਜਿਹੜਾ ਫਾਈਲ ਲਗਾਈ ਜਾ ਰਹੇ ਹੋ। ਨਹੀਂ ਦੇਖੋ, ਇਸ ਟਾਈਮ ਆਸਟ੍ਰੇਲੀਆ ਦੇ ਵੀਜ਼ਾ ਸਕਸੈਸ ਰੇਟ ਦੀ ਆਪਾਂ ਗੱਲ ਕਰਦੇ ਮੈਡਮ, ਬਹੁਤ ਹੀ ਚੰਗਾ ਸਕਸੈਸ ਰੇਟ ਆ ਰਿਹਾ। ਦੇਖੋ ਆਸਟ੍ਰੇਲੀਆ ਜਿਹੜਾ ਰੀਸੈਂਟਲੀ ਓਪਨ ਹੋਇਆ, ਦਸੰਬਰ 15 ਤੋਂ ਓਪਨ ਹੋਇਆ। ਜੀ ਜੀ। ਫਲਾਈਟਾਂ ਜਾ ਰਹੀਆਂ ਨੇ ਜੀ। ਵਿਦਆਊਟ ਆਪਾਂ ਆਇਲਟਸ ਦੀ ਗੱਲ ਕਰੀਏ, ਉਹ ਯੂਕੇ ਵੱਲ ਨੂੰ ਜਾਈਏ। ਅਗਰ ਆਪਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਹਾਂ, ਆਪਣੇ ਓਵਰਆਲ 6 ਹੋਣੀ ਚਾਹੀਦੀ ਹੈ ਜੀ। 2 ਮੋਡਿਊਲਾਂ 'ਚ 5.5 ਵੀ ਚੱਲਣਗੇ। ਤੁਸੀਂ ਡਿਪਲੋਮਾ ਲਈ ਵੀ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੇ ਇੱਕ ਮੋਡਿਊਲ 'ਚ 5.5 ਹੈ, ਓਵਰਆਲ 6 ਨਾਟ ਲੈਸ ਦੈਨ 5.5 ਹੈ, ਤਾਂ ਆਪਾਂ ਯੂਨੀਵਰਸਿਟੀਜ਼ ਦੇ ਵਿੱਚ ਵੀ ਤੁਹਾਡਾ ਵੀਜ਼ਾ ਕਰਵਾ ਸਕਦੇ ਜੀ। ਸੋ ਕਾਲਰਸ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੇਰੀ ਗੱਲ ਲਾਈਵ ਸ਼ੋਅ 'ਚ ਹੋ ਰਹੀ ਹੈ? ਹਾਂਜੀ। ਮੈਡਮ ਮੈਂ ਨਾ ਸਰ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਸੀ। ਜਿਵੇਂ ਮੇਰੇ ਬ੍ਰਦਰ ਨੇ ਨਾ ਰੀਸੈਂਟਲੀ 2021 'ਚ ਨਾ 12ਵੀਂ ਕੀਤੀ ਹੈ। ਓਕੇ। ਐਕਚੁਅਲੀ ਮੈਂ ਕੰਸਰਨ ਕਿ ਅਸੀਂ ਨਾ 3-4 ਵਾਰੀ ਨਾ ਆਈਲੈਟਸ ਦਾ ਐਗਜ਼ਾਮ ਦਵਾ ਚੁੱਕੇ ਆ। ਉਹਦੇ ਨਾਲ ਹਮੇਸ਼ਾ 105 ਰਹਿ ਹੀ ਜਾਂਦੇ। ਸਮਝ ਨਹੀਂ ਲੱਗ ਰਹੀ, ਤਾਂ ਬੜੇ ਪਰੇਸ਼ਾਨ ਆ। ਓਕੇ। ਆਪਾਂ ਕਰਨਾ ਆਸਟ੍ਰੇਲੀਆ ਦਾ, ਸਾਨੂੰ ਕਹਿੰਦੇ ਕਿ ਆਸਟ੍ਰੇਲੀਆ ਦਾ ਜਿੰਨਾਂ ਨੂੰ ਵੀ ਪੁੱਛੋ ਕਹਿੰਦੇ 6 ਚਾਹੀਦੇ ਫਿਰ ਵੀਜ਼ਾ ਨਾ। ਕੋਈ ਕਹਿੰਦਾ ਕਿ 6 ਕੈਨੇਡਾ ਲਈ ਚਾਹੀਦੇ ਆ। ਸਮਝ ਨਹੀਂ ਲੱਗ ਰਹੀ ਕੀ ਕਰੀਏ। ਬਹੁਤ ਟੈਨਸ਼ਨ ਚ ਆਪਾਂ 3-4 ਜਗ੍ਹਾ ਫਿਰ ਵੀ ਆਏ ਆ। ਜੀ ਸਰ ਦੇਖੋ, ਆਸਟ੍ਰੇਲੀਆ ਲਈ ਰੀਸੈਂਟਲੀ ਬੱਚਾ ਪਾਸ ਆਊਟ ਹੈ, ਬੱਚੇ ਦਾ ਕੋਈ ਗੈਪ ਨਹੀਂ ਹੈਗਾ। ਓਵਰਆਲ 6 ਨੇ, ਇੱਕ ਮੋਡਿਊਲ 'ਚ 5.5 ਹੈ। ਸਰ ਤੁਸੀਂ ਮੈਲਬਨ ਵੀ ਅਪਲਾਈ ਕਰ ਸਕਦੇ ਹੋ, ਬ੍ਰਿਸਬਨ, ਸਿਡਨੀ। ਸਾਡੇ ਕੋਲ ਬਹੁਤ ਚੰਗੇ ਸਾਡੇ ਕੋਲ ਆਪਸ਼ਨਸ ਨੇ ਯੂਨੀਵਰਸਿਟੀਜ਼ ਨੂੰ ਲੈ ਕੇ। ਇਹ ਬੱਚਾ ਅਗਰ ਯੂਨੀਵਰਸਿਟੀ ਜਾਣਾ ਚਾਹੁੰਦਾ ਤਾਂ ਆਪਾਂ ਯੂਨੀਵਰਸਿਟੀ ਸਰਵਿਸ ਵੀ ਪ੍ਰੋਵਾਈਡ ਕਰਾਂਗੇ। ਅਗਰ ਇਹ ਬੱਚਾ ਕਾਲਜ ਦੇ ਵਿੱਚ ਵੀ ਜਾਣਾ ਚਾਹੁੰਦਾ, ਸਾਡੇ ਕੋਲ ਟੌਪ ਲੈਵਲ 1 ਦੇ ਕਾਲਜਸ ਨੇ। ਲੈਵਲ 1 ਸਟੈਂਡ ਫॉर द ਇਕੁਇਵਲੈਂਸ ਵਿਦ ਦ ਯੂਨੀਵਰਸਿਟੀ। ਉਹਦੇ ਵਿੱਚ ਬੱਚੇ ਨੂੰ 2 ਸਾਲ ਦੀ ਸਟੱਡੀ ਮਿਲੂਗੀ ਪਲੱਸ ਵਰਕ ਪਰਮਿਟ। ਹੁਣ ਆਪਾਂ ਦੇਖੋ ਆਸਟ੍ਰੇਲੀਆ ਦੇ ਟਾਈਮ 'ਚ ਬੂਮ ਤੇ ਕਿਉਂ ਗਿਆ, ਕਿਉਂਕਿ ਵਰਕ ਪਰਮਿਟ ਕੋਈ ਵੀ ਕੰਟਰੀ ਹੈ ਵਾਈਲ ਸਟੱਡੀ 20 ਆਵਰਸ ਦਾ ਵਰਕ ਪਰਮਿਟ ਦਿੰਦੀ ਸੀਗੀ। ਆਸਟ੍ਰੇਲੀਆ ਦਾ ਸਿੰਗਲ ਵਨ ਕੰਟਰੀ ਹੁਣੀ ਉਹਨਾਂ ਨੇ ਆਪਣੀ ਵੈਬਸਾਈਟ ਤੇ ਅਪਡੇਟ ਕਰਿਆ ਕਿ ਵੀ ਆਰ ਪ੍ਰੋਵਾਈਡਿੰਗ them a full day work permit। ਤੁਸੀਂ ਸਟੱਡੀ ਵੀ ਕਰ ਸਕਦੇ ਹੋ ਤੇ ਕੰਮ ਵੀ ਕਰ ਸਕਦੇ ਹੋ। ਇਹ BR ਵਾਲੀ ਲਿਮਿਟੇਸ਼ਨਸ ਹਟ ਗਈਆਂ ਨੇ ਤੇ ਐਮਬੈਸੀ ਫੀਸ ਵੀ ਵੇਵ ਆਫ ਕਰਦੀ ਹੈ ਆਸਟ੍ਰੇਲੀਆ। ਮੈਮ ਦੇਖੋ, ਆਪਾਂ ਕਹੀਏ 2018 ਦਾ ਪਾਸ ਆਊਟ ਆ ਜੀ ਮੈਂ, ਤੇ ਮੇਰਾ ਵੀਜ਼ਾ ਆ ਸਕਦਾ ਹੈ। ਦੇਖੋ ਆ ਸਕਦਾ, ਇਦਾਂ ਨਹੀਂ ਆ ਸਕਦਾ, ਬਟ ਕੀ 2018 ਤੋਂ ਲੈ ਕੇ ਟਿਲ ਨਾਓ ਤੱਕ ਤੁਹਾਡੇ ਕੋਲ ਪ੍ਰੋਪਰ ਉਹਦੀ ਗੈਪ ਜਸਟੀਫਿਕੇਸ਼ਨ ਹੈ? ਤੁਸੀਂ ਕਰ ਕੀ ਰਹੇ ਸੀਗੇ? ਜੇ ਆਪਾਂ ਕਹੀਏ ਕਿ ਵਿਹਲੇ ਬੰਦੇ ਨੂੰ ਬਹਿ ਕੇ ਐਮਬੈਸੀ ਵੀਜ਼ਾ ਦੇ ਦੇ, ਦੈਟਸ ਅ ਫੇਕ ਕਮਿਟਮੈਂਟ। ਤਾਂ ਤੇਰੇ ਕੋਲ ਪ੍ਰੋਪਰ ਗੈਪ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਆਸਟ੍ਰੇਲੀਆ ਓਵਰਆਲ ਤੁਹਾਡੇ 6 ਨੇ, ਇੱਕ ਮੋਡਿਊਲ 'ਚ 5 ਨੇ, ਓਵਰਆਲ ਤੁਹਾਡੇ 5.5 ਵੀ ਹੈਗੇ ਆ, ਤਾਂ ਵੀ ਤੁਸੀਂ ਆਸਟ੍ਰੇਲੀਆ ਵੱਲ ਨੂੰ ਆਪਣੀ ਫਾਈਲ ਲੈ ਕੇ ਜਾ ਸਕਦੇ ਹੋ। ਜੀ, ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਆਪਾਂ ਜੋ ਇੱਕ ਗੱਲ ਹੈ ਗੈਪ ਨੂੰ ਜਸਟੀਫਾਈ ਕਰਨ ਦੇ ਉੱਪਰ ਹੀ ਸਭ ਕੁਝ ਡਿਪੈਂਡ ਕਰਦਾ ਕਿ ਆਪਾਂ ਕਿਵੇਂ ਜਸਟੀਫਾਈ ਕਰ ਰਹੇ ਹਾਂ। ਫਾਈਲ ਲਾਣਾ ਮਕਸਦ ਨਹੀਂ ਹੈਗਾ। ਬਹੁਤ ਸਾਰੇ ਕੰਸਲਟੈਂਟ ਕਹਿੰਦੇ ਜੀ ਫਾਈਲ ਲਾ ਦਈਏ। ਫਾਈਲ ਸਹੀ ਤਰੀਕੇ ਨਾਲ ਲੱਗਣੀ ਚਾਹੀਦੀ ਹੈ। ਦੇਖੋ ਮੈਡਮ, ਬੱਚੇ ਦੀ ਪ੍ਰੋਪਰ ਜਸਟੀਫਿਕੇਸ਼ਨ ਹੋਏਗੀ, ਫਾਈਲ ਇੰਪ੍ਰੈਸਿਵ ਵੇ ਦੇ ਨਾਲ ਫਾਈਲ ਲੌਗਇਨ ਐਮਬੈਸੀ ਹੋਊਗੀ, ਤਾਂ ਆਟੋਮੈਟਿਕਲੀ ਜਿਹੜਾ ਵੀਜ਼ਾ ਆਫਿਸਰ ਹੈ ਉਹ ਵੀ ਇੰਪ੍ਰੈਸ ਹੁੰਦਾ ਤੁਹਾਡੀ ਫਾਈਲ ਦੇਖ ਕੇ ਕਿ ਤੁਹਾਡੀ SOP ਕਿੰਨੇ ਲਿਖੀ ਹੈ। ਬਹੁਤ ਸਾਰੇ ਏਜੰਟ ਵਿਦਆਊਟ SOP ਬੱਚੇ ਦੀ ਫਾਈਲ ਅਪਲੋਡ ਕਰ ਦਿੰਦੇ ਨੇ। ਉਹਦੇ 'ਚ ਕੀ ਹੈ, ਰਿਜੈਕਸ਼ਨ ਚਾਂਸਸ ਜ਼ਿਆਦਾ ਨੇ। ਤੁਸੀਂ ਆਪਣੇ ਬਾਰੇ ਪ੍ਰੈਜ਼ੈਂਟ ਕਰੋ, ਟੈਲ ਮੀ ਅਬਾਊਟ ਯੋਰਸੈਲਫ। ਆਪਾਂ ਕਿਤੇ ਵੀ ਇੰਟਰਵਿਊ ਦੇ ਵਿੱਚ ਜਾਂਦੇ ਹਾਂ, ਉਹਦਾ ਇੰਟਰਵਿਊਅਰ ਦਾ ਸਭ ਤੋਂ ਪਹਿਲਾ ਕੁਐਸਚਨ ਟੈਲ ਮੀ ਅਬਾਊਟ ਯੋਰਸੈਲਫ। ਹੁਣ ਤੁਸੀਂ ਕਿਸੇ ਕੰਟਰੀ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ, ਆਈਦਰ ਇਟਸ ਅ ਸਟੱਡੀ ਵੀਜ਼ਾ, ਆਈਦਰ ਇਟਸ ਅ PR, ਤਾਂ SOP ਉਹਦੀ ਮੇਨ ਜੜ ਹੈ ਜੀ। SOP ਤੁਸੀਂ ਫਾਈਲ ਦੀ ਪ੍ਰੈਜ਼ੈਂਟੇਸ਼ਨ ਹੈ। ਬਹੁਤ ਸਾਰੇ ਦੇਖੋ ਮੈਡਮ ਕੰਸਲਟੈਂਟ ਕੀ ਕਹਿੰਦੇ, ਫੀਸ ਭਰਵਾਤੀ ਜੀ, ਇੰਸ਼ੋਰੈਂਸ ਵੀ ਕਰਾਤਾ, ਬੱਚੇ ਦੇ ਫੰਡ ਵੀ ਸ਼ੋ ਕਰਤੇ, ਬਟ SOP ਨਹੀਂ ਆਈ। SOP ਇੱਕ ਪ੍ਰੋਫੈਸ਼ਨਲੀ ਵੇ ਦੇ ਨਾਲ ਲਿਖੋ। ਵੀ ਹੈਡ ਅ ਲਾਅਰ ਸਰਵਿਸਿਜ਼ ਓਵਰ देयर। ਆਪਾਂ ਲਾਅਰ ਸਰਵਿਸਿਜ਼ ਪ੍ਰੋਵਾਈਡ ਕਰਦੇ ਜੀ ਸਾਨੂੰ। ਉਹਦੇ 'ਚ ਕੀ ਹੈ ਮੈਡਮ, ਮੇਰੀ ਸਾਰੀ ਫਾਈਲ ਪ੍ਰੈਜ਼ੈਂਟੇਸ਼ਨ ਜੋ ਮੇਰੇ ਕਰੂਗਾ ਆਸਟ੍ਰੇਲੀਅਨ ਲਾਅਰ ਪ੍ਰੋਵਾਈਡ ਕਰੂਗਾ। ਆਈਦਰ ਯੂ ਵਾਂਟ ਟੂ ਅਪਲਾਈ ਫॉर द ਕੈਨੇਡਾ, ਆਸਟ੍ਰੇਲੀਆ, UK, ਤਾਂ ਹਰੇਕ ਕੰਟਰੀ ਲਈ ਮੇਰੇ ਕੋਲ ਡਿਫਰੈਂਟ ਪ੍ਰੋਸਪੈਕਟ ਲਾਅਰ ਨੇ ਜੀ। ਦੇ ਵਿਲ ਹੈਲਪ ਯੂ ਆਊਟ ਟੂ ਪ੍ਰੈਜ਼ੈਂਟ ਯੂਰ ਫਾਈਲ ਇਨ ਐਮਬੈਸੀ। ਉਸ ਤੋਂ ਬਾਅਦ ਪੋਸਟ ਸਰਵਿਸਿਜ਼ ਵੀ ਪ੍ਰੋਵਾਈਡ ਕਰਦਾ ਜੀ। ਠੀਕ ਹੈ ਬਿਲਕੁਲ। ਤੇ ਆਪਾਂ ਓਵਰਆਲ ਅਗਰ ਗੱਲ ਕਰੀਏ ਕਿ ਜਦੋਂ ਸਟੂਡੈਂਟਸ ਆਪਣੀ ਫਾਈਲ ਲਗਾਉਂਦੇ ਨੇ, ਕਿੰਨੇ ਟਾਈਮ ਤੱਕ ਰਿਜ਼ਲਟਸ ਆ ਰਹੇ ਨੇ, ਕਿ ਪ੍ਰੋਸੈਸਿੰਗ ਟਾਈਮ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਇਸ ਟਾਈਮ। ਆਸਟ੍ਰੇਲੀਆ ਦੀ ਆਪਾਂ ਗੱਲ ਕਰਦੇ ਹਾਂ ਜੀ। ਦੇਖੋ ਆਸਟ੍ਰੇਲੀਆ 'ਚ ਫੰਡਸ ਇਜ਼ ਮਸਟ ਮੈਂਡੇਟਰੀ। ਆਪਾਂ ਨੂੰ ਫੰਡਸ ਚਾਹੀਦੇ ਨੇ।
ਆਸਟ੍ਰੇਲੀਆ ਇਹ ਨਹੀਂ ਹੈ ਕਿ ਯੂਕੇ ਵਾਂਗੂ 28 ਦਿਨ ਪੁਰਾਣੇ ਫੰਡਸ ਮੰਗੂਗਾ। ਸਾਡੇ ਕੋਲ ਆਥੈਂਟਿਕੇਟਡ ਫੰਡਸ ਹੋਣੇ ਚਾਹੀਦੇ ਆ। ਬਹੁਤ ਸਾਰੇ ਏਜੰਟ ਕਹਿੰਦੇ ਨੇ ਮੈਡਮ ਕਿ ਫੰਡਸ ਕਰਾਤੇ ਜੀ, ਕਿਹਦੇ ਖਾਤੇ 'ਚ ਕਰਾਏ? ਇਹ ਬੱਚੇ ਦੇ ਕੋਲ ਜਸਟੀਫਿਕੇਸ਼ਨ ਨਹੀਂ ਕਿ ਕਿਹਦੇ ਫੰਡ ਸ਼ੁੱਡ ਬੀ ਫਰਸਟ ਪਾਰਟੀ, ਮੰਮੀ ਪਾਪਾ ਨਾਨਾ ਨਾਨੀ, ਇਹਨਾਂ ਦੇ ਬਲੱਡ ਰਿਲੇਟਿਵ ਦੇ ਅਕਾਊਂਟ 'ਚ ਫੰਡਸ ਹੋਣੇ ਚਾਹੀਦੇ। 18 ਤੋਂ 20 ਲੱਖ ਰੁਪਏ ਦੇ ਫੰਡਸ ਦੀ ਸਟੇਟਮੈਂਟ ਚਾਹੀਦੀ ਹੈ ਜੀ। ਚਾਹੇ ਅਦਰ ਫੰਡਸ ਦੇ ਐਫਡੀ, ਚਾਹੇ ਇਨ ਸੇਵਿੰਗ ਅਕਾਊਂਟ, ਤੁਸੀਂ ਫੰਡਸ ਪ੍ਰੋਪਰ ਜਸਟੀਫਾਈ ਕਰੋ। ਕਾਲਜ ਦੀ ਟਿਊਸ਼ਨ ਫੀਸ ਪੇ ਕਰੋ, 6 ਮੰਥ ਦੀ ਫੀਸ ਤੇ ਵੀ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ। ਜੀ 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 ਬਿਲਕੁਲ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ? ਮੈਮ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਲਈ ਪੁੱਛਣਾ ਸੀਗਾ। ਓਕੇ, ਪ੍ਰੋਫਾਈਲ ਦੱਸ ਦਿਓ ਆਪਣੀ। ਮੈਮ ਗ੍ਰੈਜੂਏਸ਼ਨ ਕਰੀ ਹੈ ਮੈਂ, 6.5 ਨਾਟ ਲੈਸ ਦੈਨ 6 ਮੈਡ ਹੈ ਠੀਕ ਹੈ ਫਾਈਨ ਜੀ। 2019 ਦੇ ਵਿੱਚ ਕਰੀ ਸੀਗੀ ਮੈਮ। ਠੀਕ ਹੈ, 19 ਵਿੱਚ ਗ੍ਰੈਜੂਏਸ਼ਨ। ਕਿੰਨੀ ਪਰਸੈਂਟੇਜ ਹੈ? ਮੈਮ 78। ਠੀਕ ਹੈ, ਹਾਂਜੀ। ਬਿਲਕੁਲ ਠੀਕ ਮੈਮ ਐਕਚੁਅਲੀ ਮੇਰਾ ਇੱਕ ਮੇਨ ਕੰਸਰਨ ਇਹ ਹੈ ਕਿ ਇਦਾਂ ਕੋਈ ਪ੍ਰੋਬਲਮ ਤਾਂ ਨਹੀਂ ਅਗਰ ਆਪਾਂ ਆਸਟ੍ਰੇਲੀਆ ਦੇ ਵਿੱਚ ਸਪਾਊਸ ਕੇਸ ਇਕੱਠਾ ਕਰਦੇ ਹਾਂ ਜੀ? ਓਕੇ ਜੀ। ਨਹੀਂ, ਦੇਖੋ ਉਹਦੇ 'ਚ ਮਨਪ੍ਰੀਤ ਜੀ ਤੁਹਾਡੇ ਸਪਾਊਸ ਕੀ ਕਰਦੇ ਨੇ? ਹਾਂਜੀ, ਸਪਾਊਸ ਤੁਹਾਡੇ ਕੀ ਕਰਦੇ ਨੇ? ਉਹ ਗ੍ਰੈਜੂਏਟ ਹੈ, +2 ਹੀ ਹੈ? ਗ੍ਰੈਜੂਏਟ ਹੈ ਸਰ। ਯੈਸ ਮੈਮ, ਯੂ ਕੈਨ ਅਪਲਾਈ ਟੂਗੇਦਰ। ਤੁਸੀਂ ਇਕੱਠੇ ਹੀ ਜਾ ਸਕਦੇ ਹੋ। ਆਪਾਂ ਤੁਹਾਨੂੰ ਟੌਪ ਲੈਵਲ ਦੀ ਯੂਨੀਵਰਸਿਟੀਜ਼ ਦੇਵਾਂਗੇ ਜਾਂ ਫਿਰ ਲੈਵਲ 1 ਦੇ ਪੀਜੀ ਪ੍ਰੋਗਰਾਮਸ ਦੇਣਗੇ, ਜਿਹਦੇ 'ਚ ਹਸਬੈਂਡ ਵਾਈਫ ਤੁਸੀਂ ਫਰਮ ਦਾ ਫਰਸਟ ਡੇ ਵਿਲ ਗੈਟ ਅ ਵੀਜ਼ਾ ਟੂਗੇਦਰ ਔਰ ਇਕੱਠੇ ਹੀ ਫਲਾਈ ਕਰ ਸਕਦੇ ਹੋ। ਬਹੁਤ ਪਰਫੈਕਟ ਸਮਾਂ ਹੈ। ਤੁਸੀਂ ਅਪ੍ਰੈਲ ਸੈਸ਼ਨ ਲੈ ਸਕਦੇ ਹੋ ਜਾਂ ਫਿਰ ਆਪਣੇ ਕੋਲ ਟੌਪ ਲੈਵਲ ਦੀ ਯੂਨੀਵਰਸਿਟੀਜ਼ ਵੀ ਹੈ, ਉਹ ਆਪਣੇ ਕੋਲ ਜੂਨ ਜੁਲਾਈ ਇਨਟੇਕਸ ਪ੍ਰੋਵਾਈਡ ਕਰ ਰਹੀਆਂ ਨੇ ਜੀ। ਤੁਸੀਂ 6 ਮੰਥ ਦੀ ਟਿਊਸ਼ਨ ਫੀਸ ਪੇ ਕਰੋ। ਫੰਡਸ ਆਥੋਰਾਈਜ਼ ਹੋਣੇ ਚਾਹੀਦੇ। 25 ਲੱਖ ਦੇ ਫੰਡਸ ਦੀ ਸਟੇਟਮੈਂਟ ਤੁਸੀਂ ਮੈਨੂੰ ਪ੍ਰੋਵਾਈਡ ਕਰੋ। ਪਲੱਸ ਪੁਆਇੰਟ ਕੀ ਹੈ ਬੱਚੇ ਦਾ 78% ਹੈ ਮੈਡਮ। ਦੇਖੋ ਆਪਾਂ ਵੀ ਆਲਸੋ ਡੀਲਿੰਗਸ ਵਿਦ ਦ ਪੈਕੇजेस। ਪੈਕੇਜ ਚ ਕੀ ਹੈ ਮੈਡਮ, ਬਹੁਤ ਸਾਰੇ ਬੱਚੇ ਕਹਿੰਦੇ ਕਿ ਮੈਂ ਪੇਮੈਂਟ ਹੀ ਆਫਟਰ ਵੀਜ਼ਾ ਦੇਣੀ ਹੈ, ਤਾਂ ਦੇयर इज ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਆਪਾਂ ਗੱਲ ਕਰੀਏ ਜੇ ਲੈਵਲ 1 ਦੇ ਕਾਲਜਸ ਦੀ, ਤਾਂ ਲੈਵਲ 1 ਦੇ ਵਿੱਚ ਤੁਸੀਂ ਆਪਣੀ ਟਿਊਸ਼ਨ ਫੀਸ ਟ੍ਰਾਂਸਫਰ ਕਰਨੀ ਹੈ ਜੀ। ਇਹਦੇ ਚ ਪੈਕੇਜ ਨਹੀਂ ਹੋਊਗਾ ਜੀ ਜੀ ਜੀ। ਠੀਕ ਹੈ ਜੀ। ਆਪਾਂ ਕਹਿੰਦੇ ਕਿ ਇਹਦਾ ਪੈਕੇਜ ਮੈਮ, ਪੈਕੇਜ ਕੀ ਹੈ ਜੀ? ਪੈਕੇਜ ਸੁਣਨ ਚ ਬੜਾ ਚੰਗਾ ਲੱਗਦਾ ਪਰ ਏਜੰਟ ਇਹਨੇ ਪੈਸਾ ਨਹੀਂ ਲਾਉਂਦਾ। ਠੀਕ ਹੈ, ਤਾਂ ਉਹ ਚੀਜ਼ ਟ੍ਰਾਂਸਪੇਰੈਂਟ ਰੱਖੋ। ਬੱਚਾ 6 ਮਹੀਨੇ ਦੀ ਟਿਊਸ਼ਨ ਫੀਸ ਪੇ ਕਰੇ, ਫੰਡ ਸ਼ੋ ਕਰੇ, ਆਪਣੀ ਇੰਸ਼ੋਰੈਂਸ ਲੈ, ਵਿਦ ਸਪਾਊਸ ਵੀ ਜਾ ਸਕਦਾ ਹੈ ਆਸਟ੍ਰੇਲੀਆ। ਬਿਲਕੁਲ ਬਹੁਤ ਪਰਫੈਕਟ ਸਮਾਂ ਹੈ। ਜੀ 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 ਬਿਲकुल। ਸੋ ਲਗਾਤਾਰ ਜੋ ਹੈ ਸਟੂਡੈਂਟ ਸਾਡੇ ਨਾਲ ਜੁੜ ਰਹੇ ਨੇ। ਹੈਲੋ ਲੱਗਦਾ ਲਾਈਨ ਕੱਟ ਚੁੱਕੀ ਹੈ। ਇੱਥੇ ਮੈਂ ਜ਼ਰੂਰ ਪੁੱਛਣਾ ਚਾਹ ਰਹੀ ਸੀ, ਜਿਵੇਂ ਸਪਾਊਸ ਕੇਸ ਨੂੰ ਲੈ ਕੇ ਹੁਣੇ ਕਾਲ ਆਈ ਸੀ, ਤਾਂ ਮੈਂ ਇੱਥੇ ਜ਼ਰੂਰ ਚਾਹੂੰਗੀ ਜਿਹੜੇ ਵੀ ਹੋਰ ਸਟੂਡੈਂਟਸ ਵੀ ਅਗਰ ਨਾਲ ਸਪਾਊਸ ਵੀਜ਼ਾ ਲਗਵਾਉਣਾ ਚਾਹੁੰਦੇ ਨੇ, ਉਸ ਦੇ ਬਾਰੇ ਜ਼ਰੂਰ ਥੋੜਾ ਡਿਟੇਲ ਵਿੱਚ। ਮੈਡਮ ਦੇਖੋ, ਅੱਜ ਦੇ ਟਾਈਮ 'ਚ ਨਾ ਸਾਡੇ ਕੋਲ ਬਹੁਤ ਸਾਰੀ ਇਨਕੁਆਇਰੀਜ਼ ਆ ਰਹੀਆਂ ਨੇ ਜੀ। ਬਿਟੀਆ ਦੇ ਕੋਲ BA ਕਰੀ ਹੋਈ ਹੈ, ਗ੍ਰੈਜੂਏਸ਼ਨ ਹੈ, ਸਪਾਊਸ ਜਿਹੜਾ ਹੈ ਉਹ +2 ਹੈਗਾ, ਤਾਂ ਉਹ ਇਕੱਠਾ ਜਾਣਾ ਚਾਹੁੰਦਾ ਹੈ, ਬਟ देयर इज नो ਰੂਲਸ। ਆਪਾਂ ਇਕੱਠੇ ਨਹੀਂ ਜਾ ਸਕਦੇ। ਪਹਿਲਾਂ ਮੇਨ ਐਪਲੀਕੈਂਟ ਦਾ ਵੀਜ਼ਾ ਲਓ, ਆਫਟਰ ਯੂ ਹੈਵ ਟੂ ਵੇਟ ਸਮ ਟਾਈਮ। 2 ਤੋਂ 3 ਮਹੀਨੇ ਬਾਅਦ ਆਪਾਂ 35 ਐਮਬੈਸੀ ਲੌਗਇਨ ਕਰਾਂਗੇ ਔਨ ਦਾ ਬਿਹਾਫ ਆਫ ਡਿਪੈਂਡੈਂਟ ਵੀਜ਼ਾ। ਤੁਸੀਂ ਵੀਜ਼ਾ ਗੈਟ ਕਰ ਸਕਦੇ ਹੋ। ਠੀਕ ਹੈ, ਨਾਲ ਨਹੀਂ, ਜੇ ਬੋਥ ਆਰ ਗ੍ਰੈਜੂਏਟ ਤਾਂ ਨਾਲ ਜਾ ਸਕਦੇ ਹੋ। ਸੇਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਓਕੇ ਜੀ ਬਿਲकुल। ਹੈਲੋ ਮੈਡਮ, ਮੈਂ ਆਪਣੇ ਬੇਟੇ ਬਾਰੇ ਪੁੱਛਣਾ ਚਾਹਨੀ ਹਾਂ। ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਸੀਂ ਆਪਣੇ ਬੇਟੇ ਦੀ ਪ੍ਰੋਫਾਈਲ ਦੱਸ ਦਿਓ। ਮੇਰੇ ਬੇਟੇ ਨੇ ਨਾ 2017 ਚ ਬੀਟੈਕ ਕੀਤੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਈਲੈਟਸ ਕੀਤੀ ਹੈ। ਆਈਲੈਟਸ ਕਿੰਨੇ IELTS ਵਾਸਤੇ ਉੱਥੇ ਕੈਨੇਡਾ ਜਾਣਾ ਚਾਹੁੰਦਾ, ਉਹਦੇ ਬਾਰੇ ਕੀ? ਆਇਲਸ ਦੇ ਵਿੱਚ ਕਿੰਨੇ ਸਕੋਰ ਆਏ ਉਹਨਾਂ ਦੇ? ਕਿੰਨੇ ਬੈਂਡ ਆਏ ਨੇ ਜੀ? 6 ਬੈਂਡ ਆਏ ਦੇ ਆ। ਬੀਜੀ 6 ਤੋਂ ਘੱਟ ਹੈਗੇ ਕਿਸੇ ਬੈਂਡ ਸਕੋਰ 'ਚ? ਨਹੀਂ। ਅੱਛਾ, 4 ਮੋਡਿਊਲਾਂ 'ਚ 6 ਨੇ। ਠੀਕ ਹੈ, ਤੇ ਕੋਈ ਸਿਟੀ ਨੂੰ ਲੈ ਕੇ ਪ੍ਰੈਫਰੈਂਸ ਹੈਗੀ? ਆਪਾਂ ਜਾਣਾ ਕਿੱਥੇ ਚਾਹੁੰਦੇ ਹਾਂ ਕੈਨੇਡਾ 'ਚ? ਬਹੁਤ ਚੰਗੀ ਪ੍ਰੋਫਾਈਲ ਹੈ। ਤੇ ਬੇਟਾ 17 ਤੋਂ ਲੈ ਕੇ ਹੁਣ ਤੱਕ ਕੀ ਕਰ ਰਿਹਾ ਹੈ? ਹਾਲੇ ਤੱਕ ਅੱਗੇ ਜੌਬ ਕਰ ਰਿਹਾ ਕਿਤੇ। ਜੌਬ ਕਰ ਰਿਹਾ ਹੈ, ਬਿਲਕੁਲ ਬਹੁਤ ਚੰਗੀ ਪ੍ਰੋਫਾਈਲ ਹੈ ਮੈਡਮ। ਬਿਲਕੁਲ ਕੈਨੇਡਾ ਹੋ ਸਕਦਾ ਹੈ। ਆਪਣੇ ਕੋਲ ਯੂਨੀਵਰਸਿਟੀਜ਼ ਦੇ ਵਿੱਚ ਵੀ ਅਗਰ ਆਪਾਂ ਬੱਚੇ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਮਾਸਟਰਸ ਪ੍ਰੋਗਰਾਮ ਨੇ ਸਾਡੇ ਕੋਲ। ਬੱਚਾ MBA ਐਨਰੋਲ ਕਰ ਸਕਦਾ ਹੈ ਜੀ। 2017 ਦਾ ਬੱਚਾ ਪਾਸ ਆਊਟ, ਬਟ ਉਹਦੇ ਕੋਲ ਪ੍ਰੋਪਰਲੀ ਜਸਟੀਫਿਕੇਸ਼ਨ ਹੈ ਮੈਮ ਜੀ ਜੀ ਕਿ ਮੈਂ ਕਰਿਆ ਕੀ ਹੈ ਜੀ। ਸੈਲਰੀਡ ਕਮਸ ਇਨ ਅਕਾਊਂਟ। ਇਟ ਸੀਕਸ ਨੇ SDS ਕੈਟੇਗਰੀ ਦੀ ਪ੍ਰੋਫਾਈਲ ਹੈ। 1 ਸਾਲ ਦੀ ਤੁਸੀਂ ਟਿਊਸ਼ਨ ਫੀਸ ਪੇ ਕਰਨੀ ਹੈ, ਇੱਕ GIC ਕਰਾਣਾ ਹੈ, ਤੇ ਨਿਊ ਲੌਗਇਨ ਯੂਰ ਫਾਈਲ ਇਨ ਐਮਬੈਸੀ। ਸਾਡੇ ਕੋਲ ਸੈਪਟੈਂਬਰ ਇਨਟੇਕ ਇਸ ਬੱਚੇ ਲਈ ਮੋਸਟ ਵੈਲਕਮ ਹੈ ਜੀ। ਜੀ 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 ਬਿਲਕੁਲ। ਚੰਗਾ ਰਿਜ਼ਲਟ ਦੇ ਪਾਉਂਗਾ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਇਹਨਾਂ ਗੱਲਾਂ ਨੂੰ, ਡਿਸਕਸ਼ਨ ਨੂੰ ਧਿਆਨ ਨਾਲ ਜ਼ਰੂਰ ਸੁਣ ਰਹੇ ਹੋ, ਕਿਉਂਕਿ ਇਹੀ ਖਾਸ ਗੱਲਾਂ ਨੇ ਕਿ ਤੁਹਾਡੀ ਨੌਲੇਜ ਵੀ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਣਾ, ਤੁਹਾਨੂੰ ਖੁਦ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਸਹੀ ਰੂਟ ਵੱਲ ਸਾਨੂੰ ਲੈ ਕੇ ਜਾਂਦੀਆਂ ਨੇ। ਬਾਕੀ ਜਿਹੜੇ ਤੁਸੀਂ ਤੁਹਾਡੇ ਮਨ ਵਿੱਚ ਸਵਾਲ ਹੋਣ, ਸ਼ੋਅ ਦੇ ਦੌਰਾਨ ਤਾਂ ਕਾਲ ਕਰ ਹੀ ਸਕਦੇ ਹੋ, ਜੋ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ। ਸ਼ੋਅ ਤੋਂ ਬਾਅਦ ਵੀ ਸੇਮ ਨੰਬਰਸ ਉੱਪਰ ਕਾਲ ਤੁਸੀਂ ਕਰ ਸਕਦੇ ਹੋ
ਤੇ SAS ਮੋਹਾਲੀ ਦਾ ਆਫਿਸ ਮੋਹਾਲੀ ਦੇ ਵਿੱਚ ਸੈਕਟਰ 3B2 ਦੇ ਵਿੱਚ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਜ਼ਰੂਰ ਪਹੁੰਚ ਸਕਦੇ ਹੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕੀਤੀ ਜਾ ਸਕੇ। ਅੱਗੋਂ ਥੋੜਾ ਜਿਹਾ ਸਵਾਲ ਮੈਂ ਉਹਨਾਂ ਸਟੂਡੈਂਟਸ ਦਾ ਲੈ ਕੇ ਆਈ ਹਾਂ ਜੋ ਵਿਦਆਊਟ ਆਇਲਸ UK ਅਪਲਾਈ ਕਰਨ ਬਾਰੇ ਪੁੱਛ ਰਹੇ ਨੇ ਲਗਾਤਾਰ ਕਿ ਕੀ ਇਸ ਆਪਸ਼ਨ ਦੇ ਨਾਲ ਫਾਇਦਾ ਸਹੀ ਇਹਨੂੰ ਆਪਾਂ ਮੰਨ ਸਕਦੇ ਹਾਂ ਇਨਫੋਰਮੇਸ਼ਨ ਕਿ ਕਿਉਂਕਿ ਕੁਝ ਕਹਿ ਦਿੰਦੇ ਨੇ ਕਿ ਹੁਣ ਜੀ ਵਿਦਆਊਟ ਆਇਲਸ ਨਹੀਂ ਹੋ ਰਿਹਾ ਵਿਦ ਆਇਲਸ ਹੀ ਹੈ ਕੀ ਹੈ ਮੈਡਮ ਅੱਜ ਦੇ ਟਾਈਮ 'ਚ ਪਤਾ ਕੀ ਹੈ ਬੱਚੇ ਦਾ ਮੇਨਲੀ ਰੀਜ਼ਨ ਹੈ ਬੱਚਾ UK ਅੱਛੇ ਸਕਸੈਸ ਰੇਟ ਦੇ ਨਾਲ ਓਪਨ ਹੈ ਜੀ। ਬੱਚੇ ਦਾ ਕੰਸਰਨ ਹੈ ਕਿ ਮੈਂ ਆਈਲੈਟਸ ਕਰ ਲਿਆ ਜੀ ਤੇ ਮੈਂ ਯੂਨੀਵਰਸਿਟੀ ਲੈਣੀ ਹੈ। ਹਾਂ ਐਦਾਂ ਨਹੀਂ ਹੈ, ਤੁਸੀਂ ਵਿਦਆਊਟ ਆਇਲਟਸ ਵੀ ਤੁਸੀਂ ਭੈਣ ਭਰਾਓ ਮੇਰੇ ਬਾਹਰ ਜਾ ਸਕਦੇ ਹੋ। ਤੁਹਾਡੀ +2 ਹੋਈ ਵੀ ਹੈ, ਤੁਹਾਡੀ ਗ੍ਰੈਜੂਏਸ਼ਨ ਹੈ, ਤੁਹਾਡੇ ਕੋਲ ਮਾਸਟਰਸ ਹੈ, 2015 ਦੇ ਪਾਸ ਆਊਟ 2014 ਦੇ ਪਾਸ ਆਊਟ ਸਾਡੇ ਕੋਲ ਟਿਲ ਨਾਓ ਤੱਕ ਪ੍ਰੋਪਰ ਜਸਟੀਫਿਕੇਸ਼ਨ ਹੈਗੀ ਹੈ। ਤੁਸੀਂ ਵਿਦਆਊਟ ਆਇਲਟਸ ਅਪਲਾਈ ਕਰੋ। ਵੀ ਵਿਲ ਪ੍ਰੋਵਾਈਡ ਯੂ ਦਾ ਪਾਥਵੇ ਪ੍ਰੋਗਰਾਮ ਫਾਊਂਡੇਸ਼ਨ ਕੋਰਸ ਦਊਂਗਾ ਜੀ। ਫਾਊਂਡੇਸ਼ਨ ਕੋਰਸ ਕੀ ਹੈ ਮੈਮ, 1 ਸਾਲ ਦੀ ਐਜੂਕੇਸ਼ਨ ਹੈ ਜੀ ਇੰਗਲਿਸ਼ ਐਫੀਸ਼ੀਐਂਸੀ ਦੀ। ਓਕੇ ਉਸ ਤੋਂ ਬਾਅਦ ਇੰਗਲਿਸ਼ ਐਫੀਸ਼ੀਐਂਸੀ ਦੇ ਬਾਅਦ ਤੁਸੀਂ ਇੱਕ ਪਾਥਵੇ ਜਾਏਗਾ। ਪਾਥਵੇ ਕੀ ਹੈ, ਉਹੀ ਕਾਲਜ ਦਾ ਡਾਇਰੈਕਟਲੀ ਟਾਈਪ ਹੈ ਟੌਪ ਯੂਨੀਵਰਸਿਟੀਜ਼ ਦੇ ਨਾਲ। ਦੇਖੋ ਯੂਨੀਵਰਸਿਟੀਜ਼ ਦਾ ਅੱਜ ਦੇ ਟਾਈਮ 'ਚ ਕੀ ਹੈ, ਬਹੁਤ ਸਾਰੇ ਬੱਚੇ ਨਾ ਮਾਸਟਰਸ ਲਈ ਅਪਲਾਈ ਕਰ ਰਹੇ ਹਨ, ਗ੍ਰੈਜੂਏਟਿਡ ਬੈਚਲਰਸ ਲਈ ਅਪਲਾਈ ਕਰ ਰਹੇ, ਬਟ ਕਿਤੇ ਨਾ ਕਿਤੇ ਕੰਸਰਨ ਕੀ ਹੈ ਬੱਚੇ ਦਾ ਨਾ ਇੰਟਰਵਿਊ ਕਲੀਅਰ ਨਹੀਂ ਹੋ ਪਾ ਰਿਹਾ। ਬਿਲਕੁਲ ਬਿਲਕੁਲ। ਦੇਖੋ ਯੂਨੀਵਰਸਿਟੀ ਆਪਾਂ ਲੈਨੇ ਉਤੋਂ 2 ਕੰਡੀਸ਼ਨਸ ਤੋਂ ਇੰਟਰਵਿਊ ਆਣਾ ਹੈ। ਸਭ ਤੋਂ ਪਹਿਲਾਂ ਇੰਟਰਵਿਊ ਤੁਹਾਡੀ ਯੂਨੀਵਰਸਿਟੀ ਸਾਈਡ ਤੋਂ ਆਣਾ ਹੈ, ਫਿਰ ਸੈਕੰਡ ਇੰਟਰਵਿਊ ਜਿਹੜਾ ਆਣਾ ਤੁਹਾਡਾ ਐਮਬੈਸੀ ਐਂਡ ਤੋਂ ਆਣਾ ਹੈ। ਤੇ ਇਹ ਉਹ ਵਾਲੇ ਕਾਲਜਸ ਨੇ। ਇਸ ਕਾਲਜ ਦੇ ਵਿੱਚ ਤੁਸੀਂ ਪਹਿਲੇ ਸਾਲ ਫਾਊਂਡੇਸ਼ਨ ਕੋਰਸ ਤੇ ਜਾਓਗੇ, ਸੈਕੰਡ ਈਅਰ ਪਾਥਵੇ ਵਿਦ ਫਰਦਰ ਯੂਨੀਵਰਸਿਟੀਜ਼ ਤੁਸੀਂ ਕਰ ਸਕਦੇ ਹੋ। ਬਹੁਤ ਚੰਗਾ ਸਕਸੈਸ ਰੇਟ ਹੈ ਤੇ ਇਸ 'ਚ ਯੂ ਕਾਂਟ ਫੇਸ ਐਨੀ ਇੰਟਰਵਿਊ। ਜੀ 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 ਤੁਸੀਂ ਇੰਟਰਵਿਊ ਫੇਸ ਨਹੀਂ ਕਰੋਗੇ ਜੀ। ਜੀ 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 ਬਿਲਕੁਲ। ਤੇ ਆਈ ਹੋਪ ਚੰਗਾ ਰਿਜ਼ਲਟ ਦੇ ਪਾਉਂਗਾ ਜੀ ਜਿੱਦਾਂ ਸਾਡੇ ਕੋਲ ਲਾਸਟ ਰਿਜ਼ਲਟਸ ਨੇ ਜੀ। ਅਗਲੇ ਕਾਲਰ ਸਾਡਾ ਲਾਈਨ ਤੇ ਨੇ। ਹੈਲੋ ਹੈਲੋ ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜਦੇ ਨੇ ਤੁਸੀਂ ਆਪਣੇ ਸਵਾਲ ਇਸੇ ਤਰੀਕੇ ਨਾਲ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ। ਤੇ ਅਸੀਂ ਵੀ ਕਿਉਂਕਿ ਸਾਡੇ ਇਸ ਸ਼ੋਅ ਦਾ ਮਕਸਦ ਵੀ ਇਹੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਉਹਨਾਂ ਦੇ ਸਵਾਲ ਜੋ ਅਸੀਂ ਕਲੀਅਰ ਕਰ ਸਕੀਏ। ਸੋ UK ਬਾਰੇ ਹੋਰ ਵੀ ਖਾਸ ਪੁਆਇੰਟਸ ਉੱਪਰ ਗੱਲ ਕਰਾਂਗੇ। ਫਿਲਹਾਲ ਕਾਲਰ ਜੋ ਲਾਈਨ ਤੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਸੰਗਰੂਰ ਤੋਂ ਗੱਲ ਕਰ ਰਹੀ ਹਾਂ। ਹਾਂਜੀ ਕੀ ਸਵਾਲ ਹੈ? ਹਾਂਜੀ ਮੈਂ ਮੇਰਾ ਐਕਚੁਅਲੀ ਇਹ ਪੁੱਛਣਾ ਸੀਗਾ ਆਸਟ੍ਰੇਲੀਆ ਦੇ ਬਾਰੇ ਪਤਾ ਕਰਨਾ ਸੀਗਾ। ਓਕੇ ਪ੍ਰੋਫਾਈਲ ਦੱਸ ਦਿਓ। ਸਟਾਰਟ ਹੋ ਗਈਆਂ ਨੇ ਆਸਟ੍ਰੇਲੀਆ ਦੀਆਂ। ਬਿਲਕੁਲ ਜੀ 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 ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ ਨਾ ਓਵਰਆਲ ਮੇਰੇ ਬੈਂਡ ਸਕੋਰ 6.5 ਨੇ ਜੀ ਜੀ +2 ਕੀਤੀ ਹੈ, 21 ਦੇ ਪਾਸ ਆਊਟ ਹੈ, 60% ਹੈ ਮੇਰੇ। ਓਕੇ ਠੀਕ ਹੈ। ਆਰਟਸ ਸਟਰੀਮ ਦੇ ਵਿੱਚ। ਆਰਟਸ ਵਿੱਚ ਹਾਂਜੀ ਠੀਕ ਹੈ। ਬੱਚੇ ਤੁਹਾਡੇ ਓਵਰਆਲ 6.5 ਨੇ, ਨਾਟ ਲੈਸ ਦੈਨ ਕਿੰਨੇ ਨੇ? ਸਰ 6। ਹਾਂਜੀ। ਸੋ ਆਪਣੇ ਕੋਲ ਫੰਡਸ ਹੈਗੇ ਆ ਜਾਂ ਨਹੀਂ ਹੈਗੇ ਆ? ਫੰਡਸ ਮਤਲਬ ਥੋੜੇ ਬਹੁਤ ਹੋਣਗੇ, ਜ਼ਿਆਦਾ ਨਹੀਂ ਫੰਡਸ। ਦੇਖੋ ਆਸਟ੍ਰੇਲੀਆ 'ਚ ਇਹੀ ਹੈ ਜੀ। ਦੇਖੋ ਆਸਟ੍ਰੇਲੀਆ ਵਾਂਟਸ ਫੰਡਸ ਕੀ ਹੈ ਜੀ, ਇੱਕ ਲਿਵਿੰਗ ਕਾਸਟ ਆਪਾਂ ਸ਼ੋ ਕਰ ਰਹੇ ਹਾਂ ਕਿ ਆਪਣੇ ਕੋਲ ਰਹਿਣ ਖਾਣ ਪੀਣ ਦੇ ਲਈ ਖਰਚਾ ਹੈਗਾ ਜੀ। ਆਸਟ੍ਰੇਲੀਆ ਇਨ ਚੀਜ਼ਾਂ ਨੂੰ ਲੈ ਕੇ ਬੜਾ ਸਟਰੋਂਗ ਹੈ। ਕੈਨੇਡਾ 'ਚ GIC ਹੁੰਦੇ, ਆਸਟ੍ਰੇਲੀਆ ਫੰਡ ਮੰਗਦਾ, UK ਫੰਡ ਮੰਗਦਾ। ਦੈਟਸ ਕਮਸ ਅੰਡਰ ਲਿਵਿੰਗ ਕਾਸਟ। ਰੀਸੈਂਟਲੀ ਬੱਚਾ ਪਾਸ ਆਊਟ ਹੈ, 60% ਨੇ। ਅਗਰ ਤੁਸੀਂ ਆਰਟਸ ਦੇ ਨਾਲ ਕਰੀਏ ਤਾਂ ਤੁਸੀਂ ਬੈਚਲਰਸ ਲੈ ਸਕਦੇ ਹੋ, ਕਾਮਰਸ ਹੈ ਤਾਂ ਵੀ ਤੁਸੀਂ ਬੈਚਲਰਸ ਲੈ ਸਕਦੇ ਹੋ। ਬਟ ਕਿਤੇ ਨਾ ਕਿਤੇ ਦਿੱਕਤ ਕੀ ਹੈ ਮੈਡਮ, ਬੱਚੇ ਦੇ ਕੋਲ ਫਾਈਨੈਂਸ਼ੀਅਲਸ ਇਨੇ ਨਹੀਂ ਹੈਗੇ ਕਿਉਂਕਿ ਯੂਨੀਵਰਸਿਟੀ ਵਾਂਟਸ 3 ਮੰਥਸ 올ਡ ਫੰਡਸ। ਹਾਂ GT ਕਲੀਅਰ ਨਹੀਂ ਹੋ ਪਾਉਂਦੀ ਬੱਚੇ ਦੀ। GT ਦੇ ਬਗੈਰ ਮਤਲਬ ਫੰਡਸ ਹੀ ਨਹੀਂ ਹੈ ਤਾਂ GT ਕਿੱਦਾਂ ਕਲੀਅਰ ਹੋਣੀ ਹੈ? ਤਾਂ ਉਹਦੇ 'ਚ ਇੰਟਰਵਿਊ ਕਾਲ ਵੀ ਆਉਂਦੀ ਹੈ। ਤੁਸੀਂ ਅਗਰ ਇੰਟਰਵਿਊ ਫੇਸ ਨਹੀਂ ਕਰ ਸਕਦੇ, ਅਗਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ ਫੰਡਸ ਲਿਮਿਟਿਡ ਹੀ ਹੈਗੇ ਹੈ, ਪੁਰਾਣੇ ਫੰਡਸ ਨਹੀਂ ਹੈਗੇ ਹੈ, ਤਾਂ ਤੁਸੀਂ ਡਿਪਲੋਮਾ ਲਿਓ। ਡਿਪਲੋਮਾ ਪਲੱਸ ਐਡਵਾਂਸ ਡਿਪਲੋਮਾ ਦੇ ਵਿੱਚ ਕੇਸ ਕੰਸੀਡਰ ਕਰੋ। ਲੈਵਲ 1 ਦੇ ਕਾਲਜਸ ਨੇ, ਫਰਦਰ ਬਹੁਤ ਬ੍ਰਾਈਟ ਚਾਂਸਸ ਨੇ। ਤੇ ਆਸਟ੍ਰੇਲੀਆ ਫੁੱਲ ਡੇ ਵਰਕ ਪਰਮਿਟ ਹੈ। ਤੇ ਈਵਨ ਰਾਈਟ ਨਾਓ ਦ ਸਿਨੈਰੀਓ ਇਜ਼ ਆਸਟ੍ਰੇਲੀਆ ਇਜ਼ ਨੈਵਰ ਰਾਈਟ ਨਾਓ ਆਸਟ੍ਰੇਲੀਆ ਜਿਹੜੀ ਹੈਗੀ ਆਪਣੀ ਕੰਸਲਟੈਂਸੀ ਫੀਸ, ਐਮਬੈਸੀ ਫੀਸ ਚਾਰਜ ਨਹੀਂ ਕਰ ਰਿਹਾ। ਬਿਲਕੁਲ ਬਿਲਕੁਲ ਬਿਲਕੁਲ। ਦੈਟਸ ਐਨ ਪਲੱਸ ਪੁਆਇੰਟ। ਦੇਖੋ ਫੀਸ ਵਾਪਸ ਆ ਜਾਂਦੀ ਹੈ ਜੀ, ਇੰਸ਼ੋਰੈਂਸ ਵਾਪਸ। ਬੱਚਾ ਕਿਤੇ ਮਾਰ ਖਾਦਾ ਕਿ ਐਮਬੈਸੀ 'ਚ ਮੇਰਾ ਲਾਸ ਹੋ ਗਿਆ, ਤੇ ਹੁਣ ਤਾਂ ਐਮਬੈਸੀ ਵੀ ਕਹਿ ਰਹੀ ਹੈ ਓਪਨ ਵਰਕ ਪਰਮਿਟ ਐਮਬੈਸੀ ਪ੍ਰੋਵਾਈਡ ਕਰ ਰਹੀ ਹੈ ਜੀ, ਫੁੱਲ ਡੇ ਤੁਸੀਂ ਕੰਮ ਕਰ ਸਕਦੇ ਹੋ। ਬਟ ਦੇਖੋ ਮੈਮ ਬਹੁਤ ਸਾਰੇ ਬੱਚੇ ਦਾ ਕੀ ਕੰਸਰਨ ਹੈ ਕਿ ਮੈਂ ਜੀ ਉੱਥੇ ਪਹੁੰਚਣਾ ਮਕਸਦ ਹੈ। ਪਹੁੰਚਣਾ ਮਕਸਦ ਨਹੀਂ ਹੈਗਾ। ਦੇਖੋ ਇੱਕ ਬੱਚਾ ਭੇਜਣਾ ਮਕਸਦ ਨਹੀਂ ਹੈ, ਕੱਲ ਨੂੰ ਕਿਤੇ ਨਾ ਕਿਤੇ ਪਰਿਵਾਰ ਦੀ ਸੈਟਲਮੈਂਟ ਹੈ। ਠੀਕ ਹੈ, ਕੱਲ ਨੂੰ ਤੁਸੀਂ ਆਪਣੇ ਭੈਣਾਂ ਭਰਾਵਾਂ ਲਈ ਇਨਲੀਗਲ ਹੋ ਕੇ ਤੁਸੀਂ ਉਹਨਾਂ ਦਾ ਰਾਹ ਬੰਦ ਕਰ ਰਹੇ ਹੋ। ਹਾਂ ਬਿਲਕੁਲ। ਜਾਣਾ ਹੈ ਤਾਂ ਜੈਨੂਇਨ ਵੇ ਦੇ ਨਾਲ ਜਾਣਾ ਹੈ। ਠੀਕ ਹੈ, ਉੱਥੇ ਪ੍ਰੋਪਰਲੀ ਕਾਲਜ ਦੇ ਵਿੱਚ ਕਲਾਸਿਸ ਲਾਣੀ ਹੈ ਤਾਂ ਕਿ ਕਾਲਜ ਤੁਹਾਨੂੰ ਫਰਦਰ ਪੋਸਟ ਸਟੱਡੀ ਵਰਕ ਪਰਮਿਟ ਦੇ ਪਾਏ। ਜੇ ਤੁਸੀਂ ਐਜੂਕੇਸ਼ਨ ਹੀ ਕੰਪਲੀਟ ਨਹੀਂ ਕਰੋਗੇ ਤਾਂ ਤੁਹਾਡਾ 2 ਸਾਲ 3 ਸਾਲ ਦਾ ਵੀਜ਼ਾ ਹੈ, ਦੈਨ ਯੂ ਹੈਵ ਟੂ ਕਮ ਬੈਕ ਟੂ ਇੰਡੀਆ।
ਡੋਨਟ ਟੇਕ ਦੈਟ ਕਾਈਂਡ ਆਫ ਰਿਸਕ। ਬਿਲਕੁਲ ਬਿਲਕੁਲ, ਤੇ ਇਸੇ ਲਈ ਅਸੀਂ ਹਰ ਇੱਕ ਪੁਆਇੰਟ ਤੁਹਾਡੇ ਨਾਲ ਜੋ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਇਸ ਦੇ ਲੌਂਗ ਟਰਮ ਇਫੈਕਟਸ ਕੀ ਹੋਣੇ ਆ, ਕਿਉਂਕਿ ਵਾਕਈ ਜੋ ਤੁਸੀਂ ਗੱਲ ਕਹੀ ਕਿ ਕਈਆਂ ਦੇ ਮਨ ਵਿੱਚ ਸਿਰਫ ਇਹੀ ਹੁੰਦਾ ਕਿ ਅਸੀਂ ਸਿਰਫ ਉੱਥੇ ਪਹੁੰਚਣਾ ਹੈ, ਜਦਕਿ ਉੱਥੇ ਪਹੁੰਚਣ ਤੋਂ ਬਾਅਦ ਅਸਲੀ ਤੁਹਾਡੀ ਜੋ ਹੈ ਸਟਰਗਲ ਸ਼ੁਰੂ ਹੁੰਦੀ ਹੈ, ਤੁਹਾਡਾ ਅੱਗੇ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸੋ ਆਪਣੇ ਗੋਲਸ ਨੂੰ ਬਿਲਕੁਲ ਕਲੀਅਰ ਕਰਕੇ ਰੱਖੋ, ਸਿਰਫ ਪਹੁੰਚਣਾ ਤੁਹਾਡਾ ਉੱਥੇ ਮੰਜ਼ਿਲ ਨਹੀਂ ਹੈ। ਸੋ ਆਪਣਾ ਫਿਊਚਰ ਬ੍ਰਾਈਟ ਕਰਨਾ, ਉੱਥੇ ਲੌਂਗ ਟਰਮ ਉੱਥੇ ਦੇ ਫਾਇਦੇ ਲੈਣੇ, ਉਹ ਤੁਹਾਡਾ ਗੋਲ ਹੋਣਾ ਚਾਹੀਦਾ ਹੈ। ਅੱਗੋਂ ਮੈਂ ਕੈਨੇਡਾ ਦੀ ਵੀ ਗੱਲ ਜ਼ਰੂਰ ਕਰਨਾ ਚਾਹੂੰਗੀ, ਕਿਉਂਕਿ ਕੈਨੇਡਾ ਦਾ ਪਿੱਛੇ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਸੀ, ਤਾਂ ਅੱਜ ਦੇ ਟਾਈਮ ਵਿੱਚ ਸਕਸੈਸ ਰੇਟ ਕਿਸ ਤਰ੍ਹਾਂ ਦਾ ਆਪਾਂ ਮੰਨ ਸਕਦੇ ਹਾਂ? ਦੇਖੋ ਅੱਜ ਦੇ ਟਾਈਮ 'ਚ ਕੈਨੇਡਾ ਦੀ ਆਪਾਂ ਗੱਲ ਕਰੀ, ਬਹੁਤ ਚੰਗਾ ਸਕਸੈਸ ਰੇਟ ਹੈ। ਦੇਖੋ ਵੀ ਡੀਲਸ ਵਿਦ ਦ ਟਾਪ ਯੂਨੀਵਰਸਿਟੀ, ਵੀ ਡੀਲਸ ਵਿਦ ਦ ਟਾਪ ਕਾਲਜਸ। ਸਾਲ ਦੀ ਐਸਡੀਐਸ 'ਚ ਫਾਈਲ ਲੱਗੀ ਹੈ ਤੁਹਾਡੀ, ਤਾਂ 1 ਸਾਲ ਦੀ ਟਿਊਸ਼ਨ ਫੀਸ ਪੇ ਕਰਨੀ, ਜੀਏਸੀ ਪੇ ਕਰਨਾ। ਸਾਡੇ ਕੋਲ ਇਹੋ ਜਿਹੇ ਵੀ ਫਾਈਲਸ ਆ ਜਾਂਦੀਆਂ ਨੇ ਕਿ ਮੇਰੇ ਓਵਰਆਲ 5.5 ਆ ਗਏ ਜੀ, ਤੇ ਮੈਂ ਕੈਨੇਡਾ ਅਪਲਾਈ ਕਰਨਾ ਚਾਹੁੰਦਾ, ਤੇ ਆਪਾਂ ਉਸ ਬੱਚੇ ਨੂੰ ਡਿਪਲੋਮਾ ਦੇ ਦਿੱਤਾ, ਵੀਜ਼ਾ ਡੈਫੀਨਿਟਲੀ ਰਿਫਿਊਜ਼ਡ ਹੈ ਜੀ। ਉਹਦੇ 'ਚ ਕੀ ਹੈ, ਇੱਕ ਫਾਊਂਡੇਸ਼ਨ ਕੋਰਸ ਲਓ, ਸੇਮ ਲਾਈਕ ਯੂਕੇ ਫਾਊਂਡੇਸ਼ਨ ਤੁਹਾਡੀ, ਕਿਉਂਕਿ ਕ੍ਰਾਈਟੇਰੀਆ ਮੈਚ ਨਹੀਂ ਕਰ ਰਿਹਾ। ਬਹੁਤ ਸਾਰੇ ਬੱਚੇ ਦੇ ਨਾ ਮੈਡਮ ਜਦੋਂ ਰਿਫਿਊਜ਼ਲ ਆਉਂਦੀ ਹੈ ਉਹਦੇ 'ਚ ਲਿਖਿਆ ਜਾਂਦਾ ਕਿ ਤੁਹਾਡੇ ਆਇਲਟਸ ਕ੍ਰਾਈਟੇਰੀਆ ਮੀਟ ਨਹੀਂ ਕਰਿਆ। ਹਾਂ ਬਿਲਕੁਲ ਬਿਲਕੁਲ, ਕੋਰਸ ਇਨਰੈਲੀਵੈਂਟ ਹੈ ਜੀ। ਇਹ ਬੇਸਿਕ ਜੇ ਪੁਆਇੰਟਸ ਨੇ ਮੈਮ। ਤੁਸੀਂ ਇੱਕ ਫਾਊਂਡੇਸ਼ਨ ਕੋਰਸ ਲਓ, ਆਪਣੇ ਕੋਰਸ ਦੇ ਨਾਲ ਐਡ ਆਨ ਕਰਵਾਓ, ਉਸ ਤੋਂ ਬਾਅਦ ਡਿਪਲੋਮਾ ਐਡ ਆਨ ਕਰਵਾ ਕੇ ਤੁਸੀਂ ਫਰਦਰ ਕੈਨੇਡਾ ਦਾ ਚੰਗਾ ਰਿਜ਼ਲਟ ਲੈ ਸਕਦੇ ਹੋ ਓਵਰਆਲ 5.5 ਤੇ। ਜੀ 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 ਬਿਲਕੁਲ, ਤੇ ਮੈਂ ਇੱਥੇ ਹੀ ਜਾਣਨਾ ਚਾਹ ਰਹੀ ਸੀ ਤੁਹਾਨੂੰ, ਜਿਵੇਂ ਤੁਸੀਂ 5.5 ਤੇ ਵਾਕਈ ਸਟੂਡੈਂਟਸ ਨੂੰ ਹੁਣ ਕਿਤੇ ਨਾ ਕਿਤੇ ਨੌਨ ਐਸਜੀਐਸ ਪ੍ਰੋਫਾਈਲਸ ਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਸਾਡਾ ਹੁਣ ਜੋ ਹੈ ਬ੍ਰਾਈਟ ਫਿਊਚਰ ਕੈਨੇਡਾ ਵੱਲ ਤਾਂ ਨਹੀਂ ਦਿਖ ਰਿਹਾ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ? ਨਹੀਂ ਦੇਖੋ, ਜੇ ਆਪਾਂ ਪੀਆਰ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਪੀਆਰ ਲਈ ਸਭ ਤੋਂ ਬੈਸਟ ਹੈ ਜੀ। ਹਾਂਜੀ, ਯੂਕੇ ਬਹੁਤ ਸਾਰੇ ਲੋਕੀ ਕਹਿੰਦੇ ਪੀਆਰ ਨਹੀਂ ਦਿੰਦਾ ਯੂਕੇ, ਬਟ ਯੂਕੇ ਪੀਆਰ ਦਿੰਦਾ ਅਗਰ ਤੁਸੀਂ ਲੀਗਲਾਈਜ਼ਡ ਵੇ ਨਾਲ ਚੱਲ ਰਹੇ ਹੋ, ਆਰਪੀਐਚ ਜੀਪੀਐਚ। ਜੇ ਆਪਾਂ ਆਸਟ੍ਰੇਲੀਆ ਵੱਲ ਨੂੰ ਗਏ, ਆਸਟ੍ਰੇਲੀਆ ਇੱਕ ਸਮਾਂ ਸੀਗਾ ਜੀ 4 ਤੋਂ 5 ਸਾਲ ਮਿਨੀਮਮ ਲੱਗਣੇ, ਬਟ ਇਹ ਹੁਣ ਇਹੋ ਜਿਹਾ ਸਮਾਂ ਹੈ ਕਿ ਤੁਸੀਂ ਫੁੱਲ ਡੇ ਵਰਕ ਪਰਮਿਟ ਤੇ ਆ ਗਏ, ਉਹਦੇ ਕ੍ਰੈਡਿਟ ਪੁਆਇੰਟਸ ਤੁਹਾਡੇ ਹਾਇਰ ਜਾਣੇ ਆ ਜੀ, ਹਾਇਰ ਪੁਆਇੰਟਸ ਤੇ ਵੀ ਆਪਦੇ ਤੁਸੀਂ ਡੈਫੀਨਿਟਲੀ ਪੀਆਰ ਜਲਦੀ ਲੈ ਸਕਦੇ ਹੋ। ਬਟ ਆਪਾਂ ਅੱਜ ਦੇ ਟਾਈਮ 'ਚ ਕੈਨੇਡਾ ਦੀ ਗੱਲ ਕਰੀਏ ਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਸੀ ਕਿ ਰਿਜ਼ਲਟ ਚੰਗੇ ਨਹੀਂ ਆ ਰਹੇ। ਨਹੀਂ, ਰਿਜ਼ਲਟ ਚੰਗੇ, ਫਾਈਲਿੰਗ ਚੰਗੀ ਹੈ ਤਾਂ ਰਿਜ਼ਲਟ ਚੰਗੇ, ਤੁਸੀਂ ਐਮਬੈਸੀ ਦੀ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਤਾਂ ਐਮਬੈਸੀ ਡੈਫੀਨਿਟਲੀ ਵੀਜ਼ਾ ਦਊਗੀ ਜੀ। ਜੀ ਬਿਲਕੁਲ, ਤੇ ਕੀ ਸੁਜੈਸਟ ਕਰਦੇ ਹੋ ਕਿ ਕੁਝ ਖਾਸ ਚੀਜ਼ਾਂ ਕਿਹੜੀਆਂ ਗੱਲਾਂ ਦਾ, ਕਿਉਂਕਿ ਜਦੋਂ ਆਪਾਂ ਗੱਲ ਕੀਤੀ ਕੈਨੇਡਾ ਸਟ੍ਰਿਕਟ ਹੋ ਗਿਆ ਪਿੱਛੇ ਜੇ ਆਪਾਂ ਹੀ ਸੁਣ ਰਹੇ ਹਾਂ, ਤਾਂ ਕੀ ਆਪਣੀ ਪ੍ਰੋਫਾਈਲ ਦੇ ਉੱਪਰ ਸਟੂਡੈਂਟਸ ਨੂੰ ਕੁਝ ਖਾਸ ਤਰ੍ਹਾਂ ਦਾ ਧਿਆਨ ਰੱਖਣਾ ਚਾਹੀਦਾ, ਕੁਝ ਖਾਸ ਚੀਜ਼ਾਂ ਨੋਟਿਸ ਕਰਕੇ ਅੱਗੇ ਚੱਲਣ? ਪਤਾ ਕੀ ਹੈ, ਇਹ ਤਾਂ ਇਮੋਸ਼ਨਲ ਸੀ ਮੈਡਮ। ਬੱਚਾ ਇੱਕ ਵਾਰ ਅਪਲਾਈ ਕਰਦਾ, ਉਹਦਾ ਬੱਚਾ ਵੀਜ਼ਾ ਰਿਫਿਊਜ਼ ਹੋ ਗਿਆ ਜੀ, 2 ਵਾਰ ਦੂਜੇ ਏਜੰਟ ਤੋਂ ਕਰ ਰਿਹਾ ਤਾਂ ਵੀ ਵੀਜ਼ਾ ਰਿਫਿਊਜ਼ ਹੋ ਗਿਆ। ਸਾਡੇ ਕੋਲ ਬਹੁਤ ਸਾਰੇ ਰਿਫਿਊਜ਼ਲ ਫਾਈਲਸ ਆਉਂਦੀਆਂ, ਆਪਾਂ ਨਹੀਂ ਕਹਿੰਦੇ ਕਿ ਮੈਂ ਫਰੈਸ਼ ਕੇਸ ਹੀ ਚੱਕਦਾ, ਮੈਂ ਰਿਫਿਊਜ਼ ਕੇਸਿਸ ਜ਼ਿਆਦਾ ਚੱਕਦਾ। ਉਹਦੇ 'ਚ ਕੀ ਹੈ, ਪੁਰਾਣੇ ਤੇਰੇ ਏਜੰਟ ਨੇ ਕੀ ਲਾਇਆ ਸੀਗਾ, ਤੁਹਾਡੀ ਰਿਫਿਊਜ਼ਲ ਦਾ ਰੀਜ਼ਨ ਕੀ ਆਇਆ ਹੈ, ਉਹਨੇ ਫੈਮਿਲੀ ਡਿਟੇਲਸ 'ਚ ਕੀ ਫਿਲ ਕਰਿਆ ਸੀਗਾ, ਉਹਨੇ ਐਸਓਪੀ 'ਚ ਤੁਹਾਡੀ ਫਾਈਲ ਕਿੱਦਾਂ ਪ੍ਰੈਜ਼ੈਂਟ ਕਰੀ ਸੀਗੀ। ਹੁਣ ਕੈਨੇਡਾ ਦੀ ਆਪਾਂ ਗੱਲ ਕਰਦੇ, ਕੁਝ ਟਾਈਮ ਤੋਂ ਰਿਜ਼ਲਟ ਚੰਗਾ ਨਹੀਂ ਆ ਰਿਹਾ ਸੀ। ਦ ਰੀਜ਼ਨ ਬਿਹਾਈਂਡ ਕਿ ਮੌਂਟਰੀਅਲ 'ਚ ਕਾਲਜ ਸਸਪੈਂਸ਼ਨਸ ਤੇ ਆ ਗਏ ਸੀਗੇ, ਸਾਲ ਹੋ ਗਿਆ ਬੱਚਿਆਂ ਦਾ ਰਿਜ਼ਲਟ ਨਹੀਂ ਆਇਆ, ਫਾਈਲ ਸਲੋਟ ਬਹੁਤ ਹੋ ਗਿਆ ਸੀਗਾ ਅੰਬੈਸੀ ਦੇ ਕੋਲ। ਤਾਂ ਦੇਖੋ ਅੰਬੈਸੀ ਇਹ ਨਹੀਂ ਹੈ ਕਿ ਫਾਈਲ ਸਲੋਟ ਕਰਕੇ ਸਾਰੀ ਫਾਈਲਾਂ ਰਿਫਿਊਜ਼ ਕਰਤੀਆਂ, ਉਹ ਫਾਈਲ 'ਚ ਤੁਹਾਡੀ ਕਮੀ ਪੇਸ਼ੀ ਕੀ ਹੈ। ਹੁਣ ਮੇਰੇ ਕੋਲ ਰਿਫਿਊਜ਼ ਕੇਸਿਸ ਆਉਂਦੇ ਨੇ, ਮੈਂ ਉਸ ਕੇਸ ਲੈਣਾ ਮਕਸਦ ਨਹੀਂ ਕਿ ਹਾਂ ਜੀ ਬੈਠੋ ਪਹਿਲੇ ਦਿਨ ਤੋਂ ਹੀ ਆਫਰ ਲੈਟਰ ਅਪਲਾਈ ਹੋ ਗਿਆ ਜੀ, ਤੇਰਾ ਵੀਜ਼ਾ ਆ ਗਿਆ। ਸਭ ਤੋਂ ਪਹਿਲਾਂ ਕੇਸ ਸਟੱਡੀ ਕਰੋ ਕਿ ਤੁਹਾਡੀ ਫਾਈਲ ਰਿਫਿਊਜ਼ ਕਿਸ ਵਜ੍ਹਾ ਨਾਲ ਹੋ ਰਹੀ ਹੈ, ਕੀ ਰੀਜ਼ਨ ਹੈ ਕਿ ਤੁਹਾਡੀ ਫਾਈਲ ਬਾਰ-ਬਾਰ ਰਿਫਿਊਜ਼ ਹੋਏ, 2 ਵਾਰ ਰਿਫਿਊਜ਼ ਹੋ ਗਈ। ਦੇਖੋ ਮੈਡਮ, ਇੱਕ ਰਿਫਿਊਜ਼ਲ ਪਾਸਪੋਰਟ ਦੀ ਥੋੜੀ ਜਿਹੀ ਵੈਲਿਊ ਡਾਊਨ ਕਰ ਦਿੰਦੀ ਹੈ। ਪਹਿਲਾਂ ਸਟੱਡੀ ਕਰੋ ਕਿ ਫਾਈਲ ਕਿਸ ਤਰੀਕੇ ਨਾਲ ਫਾਈਲ ਲੌਗਇਨ ਕਰੀ ਸੀਗੀ, ਕੀ ਕਮੀ ਪੇਸ਼ੀ ਫਾਈਲ ਦੇ ਵਿੱਚ ਸੀਗੀ ਜਿਸ ਵਜ੍ਹਾ ਨਾਲ ਬੱਚਾ, ਉਹ ਕਮੀ ਪੇਸ਼ੀ ਦੂਰ ਕਰੋ। ਵੀ ਅਪਲਾਈਡ ਸਭ ਤੋਂ ਪਹਿਲਾਂ ਮੈਂ ਬੱਚੇ ਦੇ GCMS ਨੋਟਸ ਅਪਲਾਈ ਕਰਦਾ। GCMS ਸਟੈਂਡ ਫॉर द ਗਲੋਬਲ ਕੇਸ ਮੈਨੇਜਮੈਂਟ ਸਿਸਟਮ। ਉਹਦੇ 'ਚ ਕੀ ਪੁਰਾਣਾ ਰਿਕਾਰਡ ਕੀ ਬੋਲ ਰਿਹਾ ਜੀ, ਕਿਹੜੇ ਵੀਜ਼ਾ ਆਫੀਸਰ ਨੇ ਫਾਈਲ ਲਈ, ਕਿਸ ਵਜ੍ਹਾ ਨਾਲ ਰਿਫਿਊਜ਼ ਕਰੀ ਹੈ, ਪਹਿਲਾਂ ਪੂਰੀ ਡਿਟੇਲ ਕੱਢ ਦਿਓ, ਪੂਰੀ ਡਿਟੇਲਸ ਕੱਢ ਕੇ ਹੀ ਤਾਂ ਹੀ ਆਪਾਂ ਫਰਦਰ ਵਰਕਆਊਟ ਕਰਦੇ। ਮੈਡਮ ਜੇ ਫਾਈਲਾਂ ਹੀ ਲਾਣੀ ਹੈ ਜੀ ਤਾਂ 2 ਰਿਫਿਊਜ਼ਲ ਅਗਲੇ ਦੀ, ਪਹਿਲੀ ਤੀਜੀ ਫਾਈਲ ਵਿਦਆਊਟ ਆਪਾਂ ਡਿਟੇਲਸ ਜਾ ਕੇ ਜਾਏ ਬਿਨਾ ਫਾਈਲ ਲੌਗਇਨ ਕਰੀ ਤਾਂ ਡੈਫੀਨਿਟਲੀ ਤੀਜੀ ਵਾਰ ਵੀ ਵੀਜ਼ਾ ਰਿਫਿਊਜ਼ ਹੋਣਾ ਹੈ। ਤਾਂ ਸਭ ਤੋਂ ਪਹਿਲਾਂ ਤੁਹਾਡੀ ਕ੍ਰੈਡੈਂਸ਼ੀਅਲਸ ਦੇਖੇ ਜਾਣਗੇ ਜੀ, ਠੀਕ ਹੈ, ਕੀ ਫੰਡਿੰਗ ਲਈ ਸੀਗੀ, ਕੀ ਤੁਹਾਡੇ ਕਾਲਜ ਸੀਗਾ, ਕਾਲਜ DLE ਅਪਰੂਵਡ ਹੈਗਾ ਕਿ ਨਹੀਂ ਹੈਗਾ। ਦੇਖੋ ਵਿਦਆਊਟ ਆਇਲਟਸ ਦੀ ਆਪਾਂ ਗੱਲ ਕਰੀਏ ਜਾਂ ਵਿਦ ਆਇਲਟਸ ਦੀ ਆਪਾਂ ਗੱਲ ਕਰੀਏ, ਵੀਜ਼ਾ ਆ ਰਹੇ ਨੇ, ਠੀਕ ਹੈ। ਇਹ ਪਰਫੈਕਟ ਸਮਾਂ, ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਬਹੁਤ ਚੰਗਾ ਸਕਸੈਸ ਰੇਟ ਹੈ। ਜੀ 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 ਬਿਲਕੁਲ, ਤੇ ਜੋ ਮੈਂ ਇੱਕ ਪਹਿਲਾਂ ਸ਼ੁਰੂਆਤ ਵਿੱਚ ਹੀ ਗੱਲ ਕੀਤੀ ਸੀ ਕਿ ਕੈਨੇਡਾ ਦਾ ਕੇਅਰ ਗਿਵਰ ਪ੍ਰੋਗਰਾਮ ਹੈ ਜਿਹੜਾ ਨਾ, ਉਸ ਦੇ ਬਾਰੇ ਵੀ ਅਸੀਂ ਸੁਣਿਆ ਬਹੁਤ ਹੈ, ਪਰ ਡਿਟੇਲ ਵਿੱਚ ਮੈਂ ਚਾਹੁੰਦੀ ਹਾਂ ਕਿ ਸਾਡੇ ਸ਼ੋਅ ਦੇ ਜ਼ਰੀਏ ਦਰਸ਼ਕਾਂ ਨੂੰ ਵੀ ਜਾਣਕਾਰੀ ਪਹੁੰਚਾਈ ਜਾਵੇ। ਕੇਅਰ ਗਿਵਰ ਪ੍ਰੋਗਰਾਮ ਕੀ ਹੈ ਮੈਮ? ਇਹ ਕੇਅਰ ਗਿਵਰ ਬਹੁਤ ਸਾਰੇ ਨੇ ਅੱਜ ਕੱਲ, ਮੈਂ ਕਿਸੇ ਕੰਸਲਟੈਂਟ ਨੂੰ ਬੰਦਾ ਚੰਗਾ ਨਹੀਂ ਬੋਲਾਂਗਾ। ਦੇਖੋ ਇਹਦੇ 'ਚ ਕੀ ਹੈ, ਕੇਅਰ ਗਿਵਰ 6 ਮਹੀਨੇ ਤੋਂ ਚੱਲ ਰਿਹਾ ਜੀ, ਬਟ ਹੁਣ ਅੱਜ ਦੇ ਟਾਈਮ 'ਚ ਬੂਮ 'ਚ ਕਿਉਂ ਆਇਆ ਕਿ ਹਰੇਕ ਬੰਦਾ ਵਰਕ ਪਰਮਿਟ ਦੇ ਨਾਂ ਤੋਂ ਕੇਅਰ ਗਿਵਰ ਦੇਣ ਲੱਗ ਗਿਆ। ਕੇਅਰ ਗਿਵਰ ਉਹਨਾਂ ਬੰਦਿਆਂ ਲਈ ਹੈ ਜਿਨ੍ਹਾਂ ਦੇ ਕੋਲ ANM ਹੈਗੀ ਹੈ ਜੀ, ਜਿਨ੍ਹਾਂ ਦੇ ਕੋਲ GNM ਹੈਗੀ ਹੈ, ਜਿਨ੍ਹਾਂ ਦੇ ਕੋਲ BSc ਨਰਸਿੰਗ ਹੈਗੀ ਹੈ, ਮੈਡੀਕਲ ਪ੍ਰੋਫੈਸ਼ਨ ਦੇ ਅਗਰ ਹੈਗੇ ਹੈ ਤਾਂ ਇਹਦੇ 'ਚ ਬੰਦਾ 2 ਸਾਲ ਦੇ ਓਪਨ ਵਰਕ ਪਰਮਿਟ ਤੇ ਜਾਊਗਾ ਜੀ। ਇਹਦੇ ਵਿੱਚ ਇਨਵੀਟੇਸ਼ਨ ਆਉਂਦਾ ਹੈ ਕੰਪਨੀ ਐਂਡ ਤੋਂ, ਹਸਪੀਟਲ ਐਂਡ ਤੋਂ ਇਨਵੀਟੇਸ਼ਨ ਆਉਂਦਾ ਹੈ। ਸਿਰਫ ਕੇਅਰ ਗਿਵਰ ਉਹ ਲੋਕ ਅਪਲਾਈ ਕਰਨ ਜਿਨ੍ਹਾਂ ਦੇ ਕੋਲ
ਨਰਸਿੰਗ ਐਕਸਪੀਰੀਅੰਸ ਹੈ ਪਿਛਲੇ 8-10 ਸਾਲ ਦਾ, 2 ਸਾਲ ਦਾ, 6 ਮਹੀਨੇ ਦੇ ਵੀ ਨਰਸਿੰਗ ਐਕਸਪੀਰੀਅੰਸ ਹੈ ਸਾਡੇ ਕੋਲ, ANM ਹੈ, GNM ਹੈ ਜਾਂ ਫਿਰ BSc ਨਰਸਿੰਗ ਹੈ, ਮਾਸਟਰਸ ਇਨ ਨਰਸਿੰਗ ਹੈਗੀ ਹੈ, ਤਾਂ ਉਹ ਬੰਦੇ ਕੇਅਰ ਗਿਵਰ ਦੇ ਵਿੱਚ ਬਹੁਤ ਪਰਫੈਕਟ ਸਮਾਂ ਫਾਈਲ ਲੌਗਇਨ ਕਰਕੇ ਚੰਗਾ ਰਿਜ਼ਲਟ ਲੈ ਸਕਦੇ ਹੈ ਜੀ। ਯਾਨੀ ਮੈਡੀਕਲ ਲਾਈਨ ਦੇ ਵਿੱਚ ਮੈਡੀਕਲ ਪ੍ਰੋਫੈਸ਼ਨ ਇਜ਼ ਓਨਲੀ ਐਕਸੈਪਟਡ ਇਨ ਠੀਕ ਦ ਹੈ, ਕੇਅਰ ਇਸ ਗਿਵਰ ਚ ਪ੍ਰੋਗਰਾਮ। ਐਕਸਪੀਰੀਅੰਸ ਵੀ ਚਾਹੀਦਾ ਹੁੰਦਾ ਕੁਝ? हम देखो ऑटोमेटिकली ਜਦੋਂ ਬੰਦਾ ਕਿਸੇ ਜੌਬ ਕਰ ਰਿਹਾ ਹੈ ਤਾਂ ਬਿਲਕੁਲ। ਨਰਸਿੰਗ ਪ੍ਰੋਫੈਸ਼ਨ ਹੈ, ਹਾਂ, ਤਾਂ ਉਹਦਾ ਕਿੱਥੇ ਵੀ ਜੌਬ ਮਤਲਬ ਕਰ ਰਿਹਾ ਕਿੰਨੇ ਹੈ ਟਾਈਮ ਦਾ ਮੈਂ ਪੁੱਛਣਾ ਮੈਮ ਕਿੰਨੇ ਟਾਈਮ ਦਾ 1 ਸਾਲ ਦਾ ਵਰਕਿੰਗ ਐਕਸਪੀਰੀਅੰਸ ਚੱਲ ਜੂਗਾ ਠੀਕ ਹੈ, ਠੀਕ ਹੈ ਜੀ, ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਦਰਸ਼ਕ ਵੇਖ ਰਹੇ ਨੇ, ਖਾਸ ਤੌਰ ਤੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜੋ ਨੇ GNM ਕੀਤੀ ਹੈ, ANM ਕੀਤੀ ਹੈ ਵਿਦ ਐਕਸਪੀਰੀਅੰਸ, ਤਾਂ ਤੁਸੀਂ ਜ਼ਰੂਰ ਜੋ ਹੈ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ ਕਿ ਆਪਾਂ ਬੈਸਟ ਆਪਸ਼ਨ ਮੰਨ ਸਕਦੇ ਹਾਂ ਕਿ ਇਹ ਬਹੁਤ ਬੈਸਟ ਆਪਸ਼ਨ ਬੂਮ ਤੇ ਹੈ ਜੀ। ਦੇਖੋ ਐਵਰੀ ਕੰਟਰੀ, ਦੇਖੋ ਆਫਟਰ ਕੋਵਿਡ ਬਹੁਤ ਸਾਰੇ ਲੋਕਾਂ ਦਾ ਨਾ ਬਹੁਤ ਇੱਕ ਸਵਾਲ ਸੀਗਾ ਜੀ, ਕੋਵਿਡ ਆ ਗਿਆ ਤੇ ਵੀਜ਼ਾਸ ਰਿਫਿਊਜ਼ ਹੋ ਗਏ, ਕੋਵਿਡ ਆ ਗਿਆ ਪਰਫੈਕਟ ਸਮਾਂ ਨਹੀਂ ਹੈਗਾ। ਜਦੋਂ ਕੋਵਿਡ ਸੀਗਾ ਤਦੋਂ ਵੀ ਐਮਬੈਸੀਜ਼ ਵੀਜ਼ਾ ਪ੍ਰੋਵਾਈਡ ਕਰ ਰਹੀ ਸੀਗੀ, ਆਸਟ੍ਰੇਲੀਆ ਦੇ ਬਾਰਡਰਸ ਓਪਨ ਨਹੀਂ ਹੋਏ ਸੀਗੇ ਤਾਂ ਵੀ ਆਸਟ੍ਰੇਲੀਆ ਦੇ ਵੀਜ਼ਾਸ ਆ ਰਹੇ ਸੀਗੇ। ਹੁਣ ਤਾਂ ਐਵਰੀਥਿੰਗ ਇਜ਼, ਦੇਖੋ ਇੱਕ ਗੱਲ ਹੈ ਜਦੋਂ ਜਾਂ ਤਦੋਂ, ਇਹ ਜਦੋਂ ਵਾਲਾ ਸਮਾਂ ਹੈ। ਆਸਟ੍ਰੇਲੀਆ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, UK ਅਪਲਾਈ ਕਰਨਾ ਚਾਹੁੰਦੇ ਹੋ, ਇਹ ਜਦੋਂ ਵਾਲਾ ਸਮਾਂ ਹੈ। ਟੇਕ ਐਨ अपॉर्चुनिटी, अपनी फाइल लॉगिन करो। देखो आप जे लॉगिन नहीं करेंगे तो वीजा कितने आना, कितना आना है? बिल्कुल बिल्कुल। देखो फाइल लॉगिन करोगे ਤਾਂ ਹੀ ਵੀਜ਼ਾ ਆਣਾ ਹੈ। ਦੱਸ ਤਾਂ ਨਹੀਂ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਕੰਟਰੀ ਵੱਲੋਂ ਇੰਨਾ ਲੀਨੀਅੰਟ ਹੋ ਜਾਂਦੇ ਆਪਾਂ ਕਹੀਏ ਤਾਂ ਉੱਥੇ ਸਟੂਡੈਂਟਸ ਦਾ ਰੁਝਾਨ ਵੀ ਵੱਧ ਜਾਂਦਾ ਹੈ। ਤਾਂ ਆਪਾਂ ਇਸ ਟਾਈਮ ਪੀਰੀਅਡ ਨੂੰ ਕਿੰਨਾ ਮੰਨੀਏ ਕਿ ਕਦੋਂ ਤੱਕ ਇਹ ਜੋ ਆਪਾਂ ਆਫਰ ਦਿੱਤੀ ਹੈ ਆਸਟ੍ਰੇਲੀਆ, ਕਦੋਂ ਤੱਕ ਇਹ ਕਾਇਮ ਰਹੇਗੀ, ਚੱਲਦੀ ਰਹੇਗੀ, ਜਾਂ ਕੋਈ ਟਾਈਮ ਪੀਰੀਅਡ ਹੈ ਇਸ ਲਿਮਿਟ? ਦੇਖੋ ਮੈਡਮ, ਹਾਈ ਕਮਿਸ਼ਨ ਤੇ ਕਿਸੇ ਦਾ ਸੈਟਲਮੈਂਟ ਨਹੀਂ ਹੁੰਦੀ। ਬਹੁਤ ਸਾਰੇ ਏਜੰਟ ਕਹਿੰਦੇ ਮੇਰੀ ਨਾ ਬੇਸਿਕ ਸੈਟਲਮੈਂਟ ਹੈ, ਤੇਰਾ ਵੀਜ਼ਾ ਕਢਾ ਦਾਂਗਾ। ਏਜੰਟ ਵੀਜ਼ਾ ਨੇ, ਐਮਬੈਸੀ ਏਜੰਟ ਨੇ ਤੁਹਾਡਾ ਵੀਜ਼ਾ ਨਹੀਂ ਦੇਣਾ, ਵੀਜ਼ਾ ਇਜ਼ ਗ੍ਰਾਂਟਡ ਬਾय ਦ ਐਮਬੈਸੀ। ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਸਟਾਰਟਿੰਗ ਤੋਂ ਲੈ ਕੇ ਆਖਰੀ ਤੱਕ ਤੁਹਾਡੀ ਸਹੀ ਤਰੀਕੇ ਨਾਲ ਫਾਈਲਿੰਗ ਹੋਈ ਹੈ, ਡਾਕੂਮੈਂਟਸ ਸਾਡੇ ਕੰਪਲੀਟ ਨੇ, ਫਾਈਨੈਂਸ਼ੀਅਲ ਸਾਡੇ ਮੀਟ ਹੋ ਰਹੇ ਨੇ, ਤਾਂ ਵੀਜ਼ਾ ਹੋਣਾ ਹੈ। ਅਦਰਵਾਈਜ਼ ਲਾਰੇ ਰੱਪੇ ਨਾਲੋਂ ਜਵਾਬ ਚੰਗਾ ਹੈ ਜੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਮੈਂ ਇਸੇ ਲਈ ਇਹ ਸਵਾਲ ਕੀਤਾ ਸੀ ਕਿਉਂਕਿ ਕਈ ਸਟੂਡੈਂਟਸ ਨੂੰ ਲੱਗਦਾ ਹੈ ਕਿ ਚਲੋ ਹੁਣ ਤਾਂ, ਕਿਉਂਕਿ ਕਈ ਕੰਸਲਟੈਂਟ ਵੀ ਇਸ ਤਰੀਕੇ ਨਾਲ ਸਮਝਾ ਦਿੰਦੇ ਨੇ ਕਿ ਉੱਥੋਂ ਜੀ ਦੇਖੋ ਐਮਬੈਸੀ ਫੀਸ ਵੀ ਮਾਫ ਕਰ ਦਿੱਤੀ ਹੈ, ਵਰਕਿੰਗ ਆਰ ਵੀ ਵਧਾ ਦਿੱਤਾ ਗਿਆ, ਤੇ ਮਤਲਬ ਆਸਟ੍ਰੇਲੀਆ ਬੁਲਾ ਰਿਹਾ ਹੈ, ਮਤਲਬ ਜਿਵੇਂ ਦੀ ਵੀ ਪ੍ਰੋਫਾਈਲ ਹੋਵੇ ਉਹਨੂੰ ਕਹਿੰਦੇ ਵੀ ਹਾਂਜੀ ਬੁਲਾ ਰਿਹਾ, ਪਰ ਕਰੀਮ ਪ੍ਰੋਫਾਈਲ ਬੁਲਾ ਰਿਹਾ ਜੀ। ਐ ਥੋੜੀ ਵੀ ਆਪਾਂ ਵਿਦਆਊਟ ਆਇਲਸ ਵੀ ਫਾਈਲ ਲੌਗਇਨ ਕਰਦੇ ਆਸਟ੍ਰੇਲੀਆ ਤਾਂ ਵੀਜ਼ਾ ਆ ਜਾਊਗਾ। ਵਿਦਆਊਟ ਆਇਲਸ ਆਸਟ੍ਰੇਲੀਆ ਤੁਸੀਂ ਅਪਲਾਈ ਨਹੀਂ ਕਰ ਸਕਦੇ ਸਟੱਡੀ ਵੀਜ਼ਾ। ਤੁਹਾਡੇ ਕੋਲ ਓਵਰਆਲ 5.5 ਘੱਟੋ ਘੱਟ ਹੋਣੇ ਚਾਹੀਦੇ ਆ ਜੇਕਰ ਤੁਸੀਂ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਹੋ। ਜੀ 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 ਬਿਲਕੁਲ। ਤੇ ਇਸ ਸਮੇਂ ਆਪਾਂ ਕਿਹੜੀ ਪ੍ਰੋਫਾਈਲਸ ਨੂੰ ਬੈਸਟ ਉਹਨਾਂ ਲਈ ਟਾਈਮ ਮੰਨੀਏ ਤਾਂ ਕਿ ਜੇ ਉਹ ਵੇਖ ਰਹੇ ਨੇ ਸ਼ੋਅ ਤਾਂ ਦੇਰੀ ਨਾ ਕਰਨ, ਫਟਾਫਟ ਆਪਣਾ ਜੋ ਹੈ ਫਾਈਲ ਲਗਾਣ? ਦੇਖੋ ਅਗਰ ਤੁਸੀਂ ਤੁਹਾਡੇ ਕੋਲ ਓਵਰਆਲ 6 ਨੇ, ਇੱਕ ਮੋਡਿਊਲ 'ਚ 5 ਹੈ, ਤਾਂ ਤੁਸੀਂ ਕੈਨੇਡਾ ਤੇ ਆਸਟ੍ਰੇਲੀਆ ਤੇ UK ਨੂੰ ਆਪਣੀ ਫਾਈਲ ਲੌਗਇਨ ਕਰ ਸਕਦੇ ਹੋ। ਵੀ ਆਰ ਪ੍ਰੋਵਾਈਡਿੰਗ them a bachelor's program। ਜੇ ਆਪਣੇ ਕੋਲ ਓਵਰਆਲ 6 ਆ ਗਏ, 2 ਮੋਡਿਊਲਾਂ 'ਚ 5.5 ਆ ਗਏ ਤਾਂ ਕਾਲਜ ਬੇਸਡ ਠੀਕ ਹੈ, ਤੁਸੀਂ ਕਾਲਜ ਲੈ ਸਕਦੇ ਹੋ। ਠੀਕ ਹੈ। ਜੇ ਤੁਹਾਡੇ ਕੋਲ ਵਿਦਆਊਟ ਆਇਲਸ ਹੈ, ਤੁਸੀਂ ਅਪਲਾਈ ਹੀ ਨਹੀਂ ਕਰਿਆ ਆਇਲਸ ਜਾਂ ਰਿਪੀਟ ਕਰ ਰਹੇ ਹੋ, ਓਵਰਆਲ 5 ਆ ਗਏ, ਨਾਟ ਲੈਸ ਦੈਨ 4.5 ਆ ਗਏ, 4.5 ਵਾਲੇ ਬੈਂਡਸ ਕੋਲ ਮੈਡਮ ਕਿੱਥੇ ਐਕਸੈਪਟ ਨਹੀਂ ਹੁੰਦੇ। ਜੀ ਜੀ। ਤਾਂ ਵਿਦਆਊਟ ਆਇਲਸ ਤੁਸੀਂ ਐਕਸੈਪਟ ਕਰੋ ਕਿ ਮੇਰੀ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਨਹੀਂ ਕਰ ਰਿਹਾ ਤਾਂ ਮੈਂ ਵਿਦਆਊਟ ਆਇਲਸ ਨੂੰ ਰੁਖ ਕਰਾਂ। ਵਿਦਆਊਟ ਆਇਲਸ ਦੇ ਵਿੱਚ ਤੁਸੀਂ UK ਅਪਲਾਈ ਕਰ ਸਕਦੇ ਹੋ, ਕੈਨੇਡਾ ਅਪਲਾਈ ਕਰ ਸਕਦੇ ਹੋ, ਬਟ ਸਭ ਤੋਂ ਜ਼ਿਆਦਾ ਚੰਗਾ ਸਕਸੈਸ ਰੇਟ ਵਿਦਆਊਟ ਆਇਲਸ UK ਇਸ ਟਾਈਮ ਬਹੁਤ ਅੱਛਾ ਹੈ। UK ਅੱਛਾ, ਜੇ ਤੁਸੀਂ ਆਪਾਂ ਗੱਲ ਕਰ ਹੀ ਰਹੇ ਹਾਂ UK ਦੀ ਵਿਦਆਊਟ ਆਇਲਸ ਜਾਂ ਵਿਦ ਆਇਲਸ ਜਿਹੜੇ ਸਟੂਡੈਂਟ ਕਰਦੇ, ਕੀ ਉਹਨਾਂ ਦੀ ਜੋ ਸਟੱਡੀ ਆਪਸ਼ਨਸ, ਕੋਰਸਿਸ ਦੀ ਆਪਸ਼ਨਸ, ਉਹਦੇ ਵਿੱਚ ਕਿੰਨਾ ਕੁ ਫਰਕ ਪੈ ਜਾਂਦਾ ਹੈ ਇੱਕ ਸਿਰਫ ਆਇਲਸ ਦੇ ਨਾਲ? ਦੇਖੋ ਫਰਕ ਤਾਂ ਹੈ ਮੈਡਮ। ਦੇਖੋ ਇੱਕ ਜੇ ਆਪਾਂ ਕਹੀਏ ਕਿ ਇੱਕ ਅਮੋਲ ਦਾ ਮਿਲਕ ਹੈ, ਇੱਕ ਵੇਰਕਾ ਦਾ, ਦੇਖੋ ਕੁਆਲਿਟੀ ਦੋਨਾਂ ਦੀ ਹੈ ਬਟ ਬ੍ਰਾਂਡ ਨੇਮ ਇਜ਼ ਡਿਫਰੈਂਟ, ਉਦਾਂ ਹੀ ਪ੍ਰੋਫਾਈਲ ਇਜ਼ ਡਿਫਰੈਂਟ। ਜੇ ਆਪਾਂ 6:40 ਦੀ ਗੱਲ ਕਰੀਏ ਤਾਂ ਇਹ 6:40 ਪ੍ਰੋਫਾਈਲ ਆਪਾਂ ਯੂਨੀਵਰਸਿਟੀ ਵੱਲੋਂ ਦੇਵਾਂਗੇ। ਬਹੁਤ ਸਾਰੇ ਬੱਚਿਆਂ ਦਾ ਪਤਾ ਕੀ ਹੈ ਦੇ ਸਿਸਟਮ ਕਿ ਪੈਸਾ ਨਹੀਂ ਹੈ। ਠੀਕ ਹੈ, ਵੀ ਹੈਡ ਡਾਇਰੈਕਟਲੀ ਟੈਪਸ ਵਿਦ ਟਾਪ ਯੂਨੀਵਰਸਿਟੀਜ਼, ਟਾਪ ਲੈਵਲ 1 ਕਾਲਜਸ ਨੇ ਸਾਡੇ ਕੋਲ। ਵੀ ਆਰ ਪ੍ਰੋਵਾਈਡਿੰਗ them ਫਾਈਨੈਂਸ਼ੀਅਲ ਸਰਵਿਸਿਜ਼ ਵੀ ਦੇ ਰਹੇ ਹਾਂ, ਮੈਂ ਲੋਨ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ। ਇਹ ਲੋਨ ਬੱਚੇ ਨੇ ਆਫਟਰ ਕੰਪਲੀਸ਼ਨ ਆਫ ਸਟੱਡੀ ਬੈਂਕ ਨੂੰ ਉਤਾਰਨਾ ਹੈ ਜੀ। ਤੇ ਇਸ ਲਈ ਅਸੀਂ ਹਰ ਇੱਕ ਪੁਆਇੰਟ ਤੁਹਾਡੇ ਨਾਲ ਜੋ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਇਸ ਦੇ ਲੌਂਗ ਟਰਮ ਇਫੈਕਟਸ ਕੀ ਹੋਣੇ ਆ, ਕਿਉਂਕਿ ਵਾਕਈ ਜੋ ਤੁਸੀਂ ਗੱਲ ਕਹੀ ਕਿ ਕਈਆਂ ਦੇ ਮਨ ਵਿੱਚ ਸਿਰਫ ਇਹੀ ਹੁੰਦਾ ਕਿ ਅਸੀਂ ਸਿਰਫ ਉੱਥੇ ਪਹੁੰਚਣਾ ਹੈ, ਜਦਕਿ ਉੱਥੇ ਪਹੁੰਚਣ ਤੋਂ ਬਾਅਦ ਅਸਲੀ ਤੁਹਾਡੀ ਜੋ ਹੈ ਸਟਰਗਲ ਸ਼ੁਰੂ ਹੁੰਦੀ ਹੈ, ਤੁਹਾਡਾ ਅੱਗੇ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸੋ ਆਪਣੇ ਗੋਲਸ ਨੂੰ ਬਿਲਕੁਲ ਕਲੀਅਰ ਕਰਕੇ ਰੱਖੋ, ਸਿਰਫ ਪਹੁੰਚਣਾ ਤੁਹਾਡਾ ਉੱਥੇ ਮੰਜ਼ਿਲ ਨਹੀਂ ਹੈ। ਸੋ ਆਪਣਾ ਫਿਊਚਰ ਬ੍ਰਾਈਟ ਕਰਨਾ, ਉੱਥੇ ਲੌਂਗ ਟਰਮ ਉੱਥੇ ਦੇ ਫਾਇਦੇ ਲੈਣੇ, ਉਹ ਤੁਹਾਡਾ ਗੋਲ ਹੋਣਾ ਚਾਹੀਦਾ ਹੈ। ਅੱਗੋਂ ਮੈਂ ਕੈਨੇਡਾ ਦੀ ਵੀ ਗੱਲ ਜ਼ਰੂਰ ਕਰਨਾ ਚਾਹੂੰਗੀ ਕਿਉਂਕਿ ਕੈਨੇਡਾ ਦਾ ਪਿੱਛੇ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਸੀ, ਤਾਂ ਅੱਜ ਦੇ ਟਾਈਮ ਵਿੱਚ ਸਕਸੈਸ ਰੇਟ ਕਿਸ ਤਰ੍ਹਾਂ ਦਾ ਆਪਾਂ ਮੰਨ ਸਕਦੇ ਹਾਂ? ਦੇਖੋ ਅੱਜ ਦੇ ਟਾਈਮ 'ਚ ਕੈਨੇਡਾ ਦੀ ਆਪਾਂ ਗੱਲ ਕਰੀ, ਬਹੁਤ ਚੰਗਾ ਸਕਸੈਸ ਰੇਟ ਹੈ। ਦੇਖੋ ਵੀ ਡੀਲਸ ਵਿਦ ਦ ਟਾਪ ਯੂਨੀਵਰਸਿਟੀ, ਵੀ ਡੀਲਸ ਵਿਦ ਦ ਟਾਪ ਕਾਲਜਸ। ਸਾਲ ਦੀ SGS 'ਚ ਫਾਈਲ ਲੱਗੀ ਹੈ ਤੁਹਾਡੀ ਤਾਂ 1 ਸਾਲ ਦੀ ਟਿਊਸ਼ਨ ਫੀਸ ਪੇ ਕਰਨੀ, GST ਪੇ ਕਰਨਾ। ਸਾਡੇ ਕੋਲ ਇਹੋ ਜਿਹੀ ਵੀ ਫਾਈਲਸ ਆ ਜਾਂਦੀ ਹੈ ਕਿ ਮੇਰੇ ਓਵਰਆਲ 5.5 ਆ ਗਏ ਜੀ।
ਤੇ ਮੈਂ ਕੈਨੇਡਾ ਅਪਲਾਈ ਕਰਨਾ ਚਾਹੁੰਦਾ ਹਾਂ। ਤੇ ਆਪਾਂ ਉਸ ਬੱਚੇ ਨੂੰ ਡਿਪਲੋਮਾ ਦੇ ਦੀ ਤਾਂ ਵੀਜ਼ਾ ਡੈਫੀਨਿਟਲੀ ਰਿਫਿਊਜ਼ਡ ਹੈ ਜੀ। ਹੂੰ ਉਹਦੇ ਚ ਕੀ ਹੈ, ਇੱਕ ਫਾਊਂਡੇਸ਼ਨ ਕੋਰਸ ਲਓ ਸੇਮ ਲਾਈਕ ਯੂਕੇ ਫਾਊਂਡੇਸ਼ਨ ਤੁਹਾਡੀ, ਕਿਉਂਕਿ ਕ੍ਰਾਈਟੇਰੀਆ ਮੈਚ ਨਹੀਂ ਕਰ ਰਿਹਾ। ਬਹੁਤ ਸਾਰੇ ਬੱਚੇ ਦੇ ਨਾ ਮੈਡਮ ਜਦੋਂ ਰਿਫਿਊਜ਼ਲ ਆਉਂਦੀ ਹੈ ਉਹਦੇ ਚ ਲਿਖਿਆ ਹੁੰਦਾ ਕਿ ਤੁਹਾਡੇ ਆਇਲਟਸ ਕ੍ਰਾਈਟੇਰੀਆ ਮੀਟ ਨਹੀਂ ਕਰਿਆ। ਹਾਂ ਬਿਲਕੁਲ ਬਿਲਕੁਲ। ਕੋਰਸ ਇਨਰੈਲੀਵੈਂਟ ਹੈ ਜੀ। ਇਹ ਬੇਸਿਕ ਜੇ ਪੁਆਇੰਟਸ ਨੇ ਮੈਮ। ਤੁਸੀਂ ਇੱਕ ਫਾਊਂਡੇਸ਼ਨ ਕੋਰਸ ਲਓ, ਆਪਣੇ ਕੋਰਸ ਦੇ ਨਾਲ ਐਡ ਆਨ ਕਰਵਾਓ, ਉਸ ਤੋਂ ਬਾਅਦ ਡਿਪਲੋਮਾ ਐਡ ਆਨ ਕਰਵਾ ਕੇ ਤੁਸੀਂ ਫਰਦਰ ਕੈਨੇਡਾ ਦਾ ਚੰਗਾ ਰਿਜ਼ਲਟ ਲੈ ਸਕਦੇ ਹੋ ਓਵਰਆਲ 5.5 ਤੇ। ਜੀ 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 ਬਿਲਕੁਲ। ਤੇ ਮੈਂ ਇੱਥੇ ਹੀ ਜਾਣਨਾ ਚਾਹ ਰਹੀ ਸੀ ਤੁਹਾਨੂੰ, ਜਿਵੇਂ ਤੁਸੀਂ 5.5 ਤੇ ਵਾਕਈ ਸਟੂਡੈਂਟਸ ਨੂੰ ਹੁਣ ਕਿਤੇ ਨਾ ਕਿਤੇ ਨੌਨ ਐਸਜੀਐਸ ਪ੍ਰੋਫਾਈਲਸ ਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਸਾਡਾ ਹੁਣ ਜੋ ਹੈ ਬ੍ਰਾਈਟ ਫਿਊਚਰ ਕੈਨੇਡਾ ਵੱਲ ਤਾਂ ਨਹੀਂ ਦਿਖ ਰਿਹਾ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ? ਨਹੀਂ ਦੇਖੋ, ਜੇ ਆਪਾਂ ਪੀਆਰ ਦੀ ਗੱਲ ਕਰਦੇ ਆ ਤਾਂ ਕੈਨੇਡਾ ਪੀਆਰ ਲਈ ਸਭ ਤੋਂ ਬੈਸਟ ਹੈ ਜੀ। ਹਾਂਜੀ। ਯੂਕੇ ਬਹੁਤ ਸਾਰੇ ਲੋਕੀ ਕਹਿੰਦੇ ਪੀਆਰ ਨਹੀਂ ਦਿੰਦਾ ਯੂਕੇ, ਬਟ ਯੂਕੇ ਪੀਆਰ ਦਿੰਦਾ ਅਗਰ ਤੁਸੀਂ ਲੀਗਲਾਈਜ਼ਡ ਵੇ ਨਾਲ ਚੱਲ ਰਹੇ ਹੋ, ਆਰਪੀਐਚ ਜੀਪੀਐਚ। ਜੇ ਆਪਾਂ ਆਸਟ੍ਰੇਲੀਆ ਵੱਲ ਨੂੰ ਗਏ, ਆਸਟ੍ਰੇਲੀਆ ਇੱਕ ਸਮਾਂ ਸੀਗਾ ਜੀ 4 ਤੋਂ 5 ਸਾਲ ਮਿਨੀਮਮ ਲੱਗਣੇ, ਬਟ ਇਹ ਹੁਣ ਇਹੋ ਜਿਹਾ ਸਮਾਂ ਹੈ ਕਿ ਤੁਸੀਂ ਫੁੱਲ ਡੇ ਵਰਕ ਪਰਮਿਟ ਤੇ ਆ ਗਏ, ਉਹਦੇ ਕ੍ਰੈਡਿਟ ਪੁਆਇੰਟਸ ਤੁਹਾਡੇ ਹਾਇਰ ਜਾਣੇ ਆ ਜੀ। ਹਾਇਰ ਪੁਆਇੰਟਸ ਤੇ ਵੀ ਆਪਦੇ ਤੁਸੀਂ ਡੈਫੀਨਿਟਲੀ ਪੀਆਰ ਜਲਦੀ ਲੈ ਸਕਦੇ ਹੋ। ਬਟ ਆਪਾਂ ਅੱਜ ਦੇ ਟਾਈਮ 'ਚ ਕੈਨੇਡਾ ਦੀ ਗੱਲ ਕਰੀਏ ਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਸੀ ਕਿ ਰਿਜ਼ਲਟ ਚੰਗੇ ਨਹੀਂ ਆ ਰਹੇ। ਨਹੀਂ, ਰਿਜ਼ਲਟ ਚੰਗੇ, ਫਾਈਲਿੰਗ ਚੰਗੀ ਹੈ ਤਾਂ ਰਿਜ਼ਲਟ ਚੰਗੇ ਹੈ। ਤੁਸੀਂ ਐਮਬੈਸੀ ਦੀ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਤਾਂ ਐਮਬੈਸੀ ਡੈਫੀਨਿਟਲੀ ਵੀਜ਼ਾ ਦਊਗੀ ਜੀ। ਜੀ ਬਿਲਕੁਲ। ਤੇ ਕੀ ਸੁਜੈਸਟ ਕਰਦੇ ਹੋ ਕਿ ਕੁਝ ਖਾਸ ਚੀਜ਼ਾਂ ਕਿਹੜੀਆਂ ਗੱਲਾਂ ਦਾ, ਕਿਉਂਕਿ ਜਦੋਂ ਆਪਾਂ ਗੱਲ ਕੀਤੀ ਕੈਨੇਡਾ ਸਟ੍ਰਿਕਟ ਹੋ ਗਿਆ ਪਿੱਛੇ ਜੇ ਆਪਾਂ ਹੀ ਸੁਣ ਰਹੇ ਹਾਂ, ਤਾਂ ਕੀ ਆਪਣੀ ਪ੍ਰੋਫਾਈਲ ਦੇ ਉੱਪਰ ਸਟੂਡੈਂਟਸ ਨੂੰ ਕੁਝ ਖਾਸ ਤਰ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕੁਝ ਖਾਸ ਚੀਜ਼ਾਂ ਨੋਟਿਸ ਕਰਕੇ ਹੀ ਅੱਗੇ ਚੱਲਣ? ਪਤਾ ਕੀ ਹੈ, ਇਹ ਤਾਂ ਇਮੋਸ਼ਨਲ ਸੀ ਮੈਡਮ। ਬੱਚਾ ਇੱਕ ਵਾਰ ਅਪਲਾਈ ਕਰਦਾ ਉਹਦਾ ਬੱਚਾ ਵੀਜ਼ਾ ਰਿਫਿਊਜ਼ ਹੋ ਗਿਆ ਜੀ, 2 ਵਾਰ ਦੂਜੇ ਏਜੰਟ ਤੋਂ ਕਰ ਰਿਹਾ ਤਾਂ ਵੀ ਵੀਜ਼ਾ ਰਿਫਿਊਜ਼ ਹੋ ਗਿਆ। ਸਾਡੇ ਕੋਲ ਬਹੁਤ ਸਾਰੇ ਰਿਫਿਊਜ਼ਲ ਫਾਈਲਸ ਆਉਂਦੀਆਂ, ਆਪਾਂ ਨਹੀਂ ਕਹਿੰਦੇ ਕਿ ਮੈਂ ਫਰੈਸ਼ ਕੇਸ ਹੀ ਚੱਕਦਾ, ਮੈਂ ਰਿਫਿਊਜ਼ ਕੇਸਿਸ ਜ਼ਿਆਦਾ ਚੱਕਦਾ। ਉਹਦੇ ਚ ਕੀ ਹੈ, ਪੁਰਾਣੇ ਤੇਰੇ ਏਜੰਟ ਨੇ ਕੀ ਲਾਇਆ ਸੀਗਾ, ਤੁਹਾਡੀ ਰਿਫਿਊਜ਼ਲ ਦਾ ਰੀਜ਼ਨ ਕੀ ਆਇਆ ਹੈ, ਉਹਨੇ ਫੈਮਿਲੀ ਡਿਟੇਲਸ ਚ ਕੀ ਫਿਲ ਕਰਿਆ ਸੀਗਾ, ਉਹਨੇ ਐਸਓਪੀ ਚ ਤੁਹਾਡੀ ਫਾਈਲ ਕਿੱਦਾਂ ਪ੍ਰੈਜ਼ੈਂਟ ਕਰੀ ਸੀਗੀ। ਹੁਣ ਕੈਨੇਡਾ ਦੀ ਆਪਾਂ ਗੱਲ ਕਰਦੇ, ਕੁਝ ਟਾਈਮ ਤੋਂ ਰਿਜ਼ਲਟ ਚੰਗਾ ਨਹੀਂ ਆ ਰਿਹਾ ਸੀ। ਦ ਰੀਜ਼ਨ ਬਿਹਾਈਂਡ ਕਿ ਮੌਂਟਰੀਅਲ ਚ ਕਾਲਜ ਸਸਪੈਂਸ਼ਨਸ ਤੇ ਆ ਗਏ ਸੀਗੇ, ਸਾਲ ਹੋ ਗਏ ਬੱਚਿਆਂ ਦਾ ਰਿਜ਼ਲਟ ਨਹੀਂ ਆਇਆ, ਫਾਈਲ ਸਲੋਟ ਬਹੁਤ ਹੋ ਗਿਆ ਸੀਗਾ ਐਮਬੈਸੀ ਦੇ ਕੋਲ। ਤਾਂ ਦੇਖੋ ਐਮਬੈਸੀ ਇਹ ਨਹੀਂ ਹੈ ਕਿ ਫਾਈਲ ਸਲੋਟ ਕਰਕੇ ਸਾਰੀ ਫਾਈਲਾਂ ਰਿਫਿਊਜ਼ ਕਰਤੀਆਂ, ਉਹ ਫਾਈਲ 'ਚ ਤੁਹਾਡੀ ਕਮੀ ਪੇਸ਼ੀ ਕੀ ਹੈ। ਹੁਣ ਮੇਰੇ ਕੋਲ ਰਿਫਿਊਜ਼ ਕੇਸਿਸ ਆਉਂਦੇ ਨੇ, ਮੈਂ ਉਸ ਕੇਸ ਲੈਣਾ ਮਕਸਦ ਨਹੀਂ ਕਿ ਹਾਂ ਜੀ ਬੈਠੋ ਪਹਿਲੇ ਦਿਨ ਤੋਂ ਹੀ ਆਫਰ ਲੈਟਰ ਅਪਲਾਈ ਹੋ ਗਿਆ ਜੀ, ਤੇਰਾ ਵੀਜ਼ਾ ਆ ਗਿਆ। ਸਭ ਤੋਂ ਪਹਿਲਾਂ ਕੇਸ ਸਟੱਡੀ ਕਰੋ ਕਿ ਤੁਹਾਡੀ ਫਾਈਲ ਰਿਫਿਊਜ਼ ਕਿਸ ਵਜ੍ਹਾ ਨਾਲ ਹੋ ਰਹੀ ਹੈ, ਕੀ ਰੀਜ਼ਨ ਹੈ ਕਿ ਤੁਹਾਡੀ ਫਾਈਲ ਬਾਰ-ਬਾਰ ਰਿਫਿਊਜ਼ ਹੋਈ, 2 ਵਾਰ ਰਿਫਿਊਜ਼ ਹੋ ਗਈ। ਦੇਖੋ ਮੈਡਮ, ਇੱਕ ਰਿਫਿਊਜ਼ਲ ਪਾਸਪੋਰਟ ਥੋੜੀ ਜਿਹੀ ਵੈਲਿਊ ਡਾਊਨ ਕਰ ਦਿੰਦੀ ਹੈ। ਪਹਿਲਾਂ ਸਟੱਡੀ ਕਰੋ ਕਿ ਫਾਈਲ ਕਿਸ ਤਰੀਕੇ ਨਾਲ ਫਾਈਲ ਲੌਗਇਨ ਕਰੀ ਸੀਗੀ, ਕੀ ਕਮੀ ਪੇਸ਼ੀ ਫਾਈਲ ਦੇ ਵਿੱਚ ਸੀਗੀ ਜਿਸ ਵਜ੍ਹਾ ਨਾਲ ਬੱਚਾ, ਉਹ ਕਮੀ ਪੇਸ਼ੀ ਦੂਰ ਕਰੋ। ਵੀ ਅਪਲਾਈਡ ਸਭ ਤੋਂ ਪਹਿਲਾਂ ਮੈਂ ਬੱਚੇ ਦੇ GCMS ਨੋਟਸ ਅਪਲਾਈ ਕਰਦਾ। GCMS ਸਟੈਂਡ ਫॉर द ਗਲੋਬਲ ਕੇਸ ਮੈਨੇਜਮੈਂਟ ਸਿਸਟਮ। ਉਹਦੇ ਚ ਕੀ ਪੁਰਾਣਾ ਰਿਕਾਰਡ ਕੀ ਬੋਲ ਰਿਹਾ ਜੀ, ਕਿਹੜੇ ਵੀਜ਼ਾ ਆਫੀਸਰ ਨੇ ਫਾਈਲ ਲਈ, ਕਿਸ ਵਜ੍ਹਾ ਨਾਲ ਰਿਫਿਊਜ਼ ਕਰੀ ਹੈ, ਪਹਿਲਾਂ ਪੂਰੀ ਡਿਟੇਲ ਕੱਢ ਦਿਓ। ਪੂਰੀ ਡਿਟੇਲਸ ਕੱਢ ਕੇ ਹੀ ਤਾਂ ਹੀ ਆਪਾਂ ਫਰਦਰ ਵਰਕਆਊਟ ਕਰਦੇ। ਮੈਡਮ ਜੇ ਫਾਈਲਾਂ ਹੀ ਲਾਣੀ ਹੈ ਜੀ ਤਾਂ 2 ਰਿਫਿਊਜ਼ਲ ਅਗਲੇ ਦੀ ਪਹਿਲੀ ਹੈ, ਤੀਜੀ ਫਾਈਲ ਵਿਦਆਊਟ ਆਪਾਂ ਡਿਟੇਲਸ ਜਾਏ ਬਿਨਾ ਫਾਈਲ ਲੌਗਇਨ ਕਰੀ ਤਾਂ ਡੈਫੀਨਿਟਲੀ ਤੀਜੀ ਵਾਰ ਵੀ ਵੀਜ਼ਾ ਰਿਫਿਊਜ਼ਡ ਹੋਣਾ ਹੈ। ਤਾਂ ਸਭ ਤੋਂ ਪਹਿਲਾਂ ਤੁਹਾਡੀ ਕ੍ਰੈਡੈਂਸ਼ੀਅਲਸ ਦੇਖੇ ਜਾਣਗੇ ਜੀ, ਠੀਕ ਹੈ, ਕੀ ਫੰਡਿੰਗ ਲਾਈ ਸੀਗੀ, ਕੀ ਤੁਹਾਡੇ ਕਾਲਜ ਸੀਗਾ, ਕਾਲਜ DLI ਅਪਰੂਵਡ ਹੈਗਾ ਕਿ ਨਹੀਂ ਹੈਗਾ। ਦੇਖੋ ਵਿਦਆਊਟ ਆਇਲਟਸ ਦੀ ਆਪਾਂ ਗੱਲ ਕਰੀਏ ਜਾਂ ਵਿਦ ਆਇਲਟਸ ਦੀ ਆਪਾਂ ਗੱਲ ਕਰੀਏ, ਵੀਜ਼ਾ ਆ ਰਹੇ ਨੇ, ਠੀਕ ਹੈ। ਇਹ ਪਰਫੈਕਟ ਸਮਾਂ ਹੈ। ਅਗਰ ਤੁਸੀਂ UK ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਬਹੁਤ ਚੰਗਾ ਸਕਸੈਸ ਰੇਟ ਹੈ। ਜੀ 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 ਬਿਲਕੁਲ। ਤੇ ਅੱਜ ਦੇ ਪੂਰੇ ਸ਼ੋਅ ਵਿੱਚ ਆਪਾਂ ਢੇਰ ਸਾਰੀ ਗੱਲਾਂ ਕੀਤੀਆਂ ਨੇ, ਆਸਟ੍ਰੇਲੀਆ ਬਾਰੇ ਵੀ ਕੀਤੀ ਹੈ, UK ਔਰ ਕੈਨੇਡਾ ਬਾਰੇ ਵੀ ਕੀਤੀ ਹੈ, ਕਿਉਂਕਿ ਇਹਨਾਂ ਕੰਟਰੀਜ਼ ਨੂੰ ਲੈ ਕੇ ਹੀ ਸਵਾਲ ਜ਼ਿਆਦਾ ਸਾਡੇ ਤੱਕ ਪਹੁੰਚਦੇ ਨੇ ਤੇ ਆਪਾਂ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਸਵਾਲ ਜੋ ਹੈ ਤੁਹਾਡਾ ਇਸ ਸ਼ੋਅ ਵਿੱਚ ਸ਼ਾਮਿਲ ਕਰੀਏ। ਪਰ ਫਿਰ ਵੀ ਕੋਈ ਸਵਾਲ ਰਹਿ ਗਿਆ ਤਾਂ ਤੁਸੀਂ ਸ਼ੋਅ ਤੋਂ ਬਾਅਦ ਵੀ ਜੋ ਨੰਬਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਉਸ ਉੱਪਰ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਤੇ ਨਾਲ ਦੀ ਨਾਲ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੁਹਾਡੇ ਡਾਕੂਮੈਂਟਸ ਦੇਖੇ ਜਾਂਦੇ ਨੇ ਉਸ ਤੋਂ ਬਾਅਦ ਸਹੀ ਅਸੈਸਮੈਂਟ ਹੋ ਸਕਦੀ ਹੈ। ਸੋ ਸੈਕਟਰ 3B2 ਮੋਹਾਲੀ ਦੇ ਵਿੱਚ SAS ਆਫਿਸ ਹੈ, ਤਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਔਰ ਅਸੈਸਮੈਂਟ ਕਰਾ ਕੇ ਸਹੀ ਗਾਈਡੈਂਸ ਲੈ ਕੇ ਸਹੀ ਟਾਈਮ ਤੇ ਜੋ ਹੈ ਆਪਣੀ ਫਾਈਲ ਲਗਾ ਸਕਦੇ ਹੋ। ਜਿੱਥੇ ਵੀ ਤੁਹਾਡਾ ਜਾਣ ਦਾ ਸੁਪਨਾ ਹੈ, ਜਿਹੜੀ ਵੀ ਕੰਟਰੀ ਵਿੱਚ, ਉਸ ਨੂੰ ਸਾਕਾਰ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ ਸਟੂਡੈਂਟਸ ਲਈ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿਹੜੇ ਮੇਰੇ ਭੈਣ ਭਰਾ ਲੇਟੈਸਟ 2019 ਦੇ ਪਾਸ ਆਊਟ ਨੇ, 20 ਦੇ ਪਾਸ ਆਊਟ ਨੇ, 21 ਦੇ ਪਾਸ ਆਊਟ ਨੇ, ਇਹ ਪਰਫੈਕਟ ਸਮਾਂ ਤੁਸੀਂ ਆਸਟ੍ਰੇਲੀਆ ਵੱਲ ਨੂੰ ਰੁਖ ਕਰ ਸਕਦੇ ਹੋ। ਜੇਕਰ ਤੁਹਾਡੇ ਬੈਂਡ ਸਕੋਰ ਓਵਰਆਲ 6 ਆ ਗਏ, ਨਾਟ ਲੈਸ ਦੈਨ 5 ਵੀ ਹੈਗੇ ਆ, ਤਾਂ ਵੀ ਤੁਸੀਂ ਆਸਟ੍ਰੇਲੀਆ ਨੂੰ ਲੈ ਕੇ ਜਾ ਸਕਦੇ ਹੋ। ਜੇ ਤੁਸੀਂ UK ਵਿਦਆਊਟ ਆਇਲਟਸ ਜਾਣਾ ਚਾਹੁੰਦੇ ਹੋ, ਪਰਫੈਕਟ ਸਮਾਂ ਸਾਡੇ ਕੋਲ ਮਈ ਇਨਟੇਕ ਅਵੇਲੇਬਲ ਹੈ ਜੀ। ਤੁਸੀਂ ਮਈ ਇਨਟੇਕ ਲੈ ਕੇ ਆਪਣਾ ਫਿਊਚਰ ਸਹੀ ਕਰ ਸਕਦੇ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਵੀ ਸੇਮ ਕਿ ਮੇਰੇ ਤੋਂ ਨਹੀਂ ਪਤਾ ਲੱਗ ਰਿਹਾ ਸੀ ਕਿੱਥੋਂ ਵਿਜ਼ਿਟ ਕਰਾਂ, ਕਿਹਨੂੰ ਦੱਸਾਂ, ਕਿਤੋਂ ਪੁੱਛਾਂ ਕਿ ਮਤਲਬ ਕਿਵੇਂ ਆਪਣਾ ਐਕਸਪੀਰੀਅੰਸ ਦੱਸਾਂ ਕਿਸੇ ਨੂੰ ਕਿ ਮੈਂ ਜਾਣਾ ਚਾਹੁੰਦੀ ਹਾਂ ਬਾਹਰ। ਤੇ ਮੈਨੂੰ ਪਤਾ ਲੱਗਿਆ ਸਰ ਬਾਰੇ ਤੇ ਮੈਂ ਇਹਨਾਂ ਕੋਲ ਆ ਕੇ ਵਿਜ਼ਿਟ ਕੀਤਾ ਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਤੇ ਮੈਂ ਐਮਏ ਕੀਤੀ ਹੋਈ ਹੈ ਤੇ ਮੇਰੇ ਓਵਰਆਲ ਸਰਟੀਫਿਕੇਟ ਬੈਂਡ ਆਏ ਸੀ, ਬਟ ਫਿਰ ਵੀ ਮੇਰਾ ਵੀਜ਼ਾ ਨਹੀਂ ਸੀ ਲੱਗ ਰਿਹਾ ਤੇ ਮੈਂ ਸਰ ਹੁਣਾਂ ਨਾਲ ਸਲਾਹ ਕੀਤੀ
ਤੇ ਫਿਰ ਹੁਣ ਮੇਰਾ ਵੀਜ਼ਾ लग चुका है तो मैं बिना पैसे देते हुए मैंने बीएड की है और मुझे डाउट मेरा ना 6 बैंड आए थे पहले और फिर 5.5 बैंड आए थे और मुझे डाउट था कि मेरा वीज़ा आएगा या नहीं। मेरे 15 डेज में 45 डेज में मेरा वीज़ा आ गया था। दोनों ਵਿਦਆਊਟ ਆਈਲੈਟ ਸੀਗੇ ਤੇ ਅਸੀਂ ਵੀਰ ਜੀ ਦੀ ਐਡ ਦੇਖੀ ਤੇ ਅਸੀਂ ਇਹਨਾਂ ਕੋਲ ਆਏ ਤੇ ਸਾਨੂੰ ਬਹੁਤ ਵਧੀਆ ਇਹਨਾਂ ਨੇ ਇੱਕ ਆਨਸਰ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੱਗਿਆ। ਸਾਨੂੰ ਹੁਣ ਸਾਡਾ ਵੀਜ਼ਾ ਲੱਗ ਕੇ ਆ ਚੁੱਕਿਆ। ਔਰ ਸਭ ਤੋਂ ਮੇਨ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਆਪਾਂ ਮੈਰਿਜ ਕਰਦੇ ਹਾਂ ਨਾ ਇਕੱਠੇ ਰਹਿਣ ਦੀ ਕਰਦੇ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਵੀਜ਼ਾ ਇਕੱਠੇ ਆਇਆ ਤਾਂ ਅਸੀਂ ਇਕੱਠੇ ਹੀ ਰਹਾਂਗੇ ਫੈਮਿਲੀ 'ਚ।